ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ, ਉਸ ਦਾ ਲੈਸਨ ਨੰਬਰ 9 ਦੀ ਕਾਬੁਲੀ ਵਾਲਾ। ਇਸ ਵੀਡੀਓ ਵਿੱਚ ਇਹ ਵਾਲਾ ਲੈਸਨ ਸ਼ੁਰੂ ਕਰਨ ਜਾ ਰਹੇ ਹਾਂ ਪਿਆਰੇ ਵਿਦਿਆਰਥੀਓ। ਇਸ ਵੀਡੀਓ ਵਿੱਚ ਇਸ ਲੈਸਨ ਨੂੰ ਅਸੀਂ ਪੜ੍ਹਾਂਗੇ ਤੇ ਸ਼ਬਦਾਂ ਦੇ ਸ਼ਬਦ ਜੋੜਾਂ ਦੇ ਅਰਥ ਜਾਣਾਂਗੇ। ਸੋ ਸਾਰਾ ਲੈਸਨ ਪੜ੍ਹਿਆ ਜਾਏਗਾ, ਤੁਸੀਂ ਧਿਆਨ ਨਾਲ ਸੁਣਨਾ ਹੈ ਤੇ ਨਾਲ ਸ਼ਬਦਾਂ ਦੇ ਅਰਥ ਤਰਜਮਾ ਕੀਤਾ ਜਾਏਗਾ, ਉਲਥਾ ਕੀਤਾ ਜਾਏਗਾ ਤੇ ਤੁਸੀਂ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਵੀ ਨਾਲ ਦੇ ਨਾਲ ਲਿਖਦੇ ਜਾਣੇ ਨੇ ਤਾਂ ਕਿ ਤੁਹਾਡੇ ਜਿਹੜਾ ਸ਼ਬਦਾਂ ਦਾ ਭੰਡਾਰ ਹੈ ਉਹ ਨਿਰੰਤਰ ਵੱਧਦਾ ਜਾਵੇ। ਸੋ ਆਓ ਸ਼ੁਰੂ ਕਰੀਏ। ਆਪਣੀ ਨੋਟਬੁੱਕ ਲੈ ਲਓ ਤੇ ਪੈਨ ਲੈ ਲਓ ਤੇ ਵੀਡੀਓ ਨੂੰ ਪੌਜ਼ ਕਰਕੇ ਨਾਲ ਦੇ ਨਾਲ ਜ਼ਰੂਰੀ ਗੱਲਾਂ ਨੋਟ ਕਰਦੇ ਜਾਣਾ ਹੈ। Little Minnie was 5 years old. ਛੋਟੀ ਮਿੰਨੀ ਨਾਂ ਹੈਗਾ, ਐਮ ਵੱਡਾ ਪ੍ਰੋਪਰ ਨਾउन ਹੋ ਗਿਆ, ਖਾਸ ਨਾਮ, ਇਸ ਕਰਕੇ ਕੈਪੀਟਲ ਲਗਾ ਹੈ। ਛੋਟੀ ਮਿੰਨੀ 5 ਸਾਲਾਂ ਦੀ ਸੀ। ਐਂਡ ਅ ਗ੍ਰੇਟ ਚੈਟਰ ਬਾਕਸ। ਹੁਣ ਇਹ ਨਵਾਂ ਸ਼ਬਦ ਆਇਆ ਤੁਹਾਡੇ ਲਈ, ਚੈਟਰ ਬਾਕਸ। ਚੈਟਰ ਬਾਕਸ ਹੁੰਦਾ ਹੈ ਗਾਲੜੀ, ਜਿਹੜਾ ਬੰਦਾ ਬਹੁਤ ਗੱਲਾਂ ਕਰੇ ਅਸੀਂ ਕਹਿੰਦੇ ਹਾਂ ਹੀ ਇਜ਼ ਅ ਚੈਟਰ ਬਾਕਸ। ਤੇ ਗ੍ਰੇਟ ਚੈਟਰ ਬਾਕਸ ਮੈਨੇ ਬਹੁਤ ਤਗੜਾ ਗਾਲੜੀ, ਤੇ ਉਹ ਬਹੁਤ ਗਾਲੜੀ ਸੀ। ਕੌਣ? ਛੋਟੀ ਮਿੰਨੀ ਜਿਹੜੀ 5 ਸਾਲਾਂ ਦੀ ਸੀ, ਬਹੁਤ ਬੋਲਦੀ ਸੀ। ਸ਼ੀ ਸਿੰਪਲੀ ਕੁਡ ਨੋਟ ਲਿਵ, ਉਹ ਰਹਿ ਨਹੀਂ ਸਕਦੀ ਸੀ ਵਿਦਾਊਟ ਚੈਟਿੰਗ। ਹੁਣ ਚੈਟ ਹੁੰਦਾ ਬੋਲਣਾ, ਚੈਟਿੰਗ ਮੈਨੇ ਬੋਲਣ ਦੀ ਕਿਰਿਆ, ਮਤਲਬ ਬੜਬੜ ਕਰਨੀ। ਇੱਕ ਤੇ ਹੁੰਦਾ ਆਮ ਬੋਲਣਾ। ਚੈਟਿੰਗ ਅਸੀਂ ਉਹ ਆਮ ਤੌਰ ਤੇ ਕਹਿ ਦਿੰਦੇ ਹਾਂ ਵੀ ਜਿਹੜਾ ਬੰਦਾ ਬੇਰੋਕ ਕੁਛ ਵੀ ਬੋਲੀ ਜਾਏ ਉਹਨੂੰ ਅਸੀਂ ਚੈਟਿੰਗ ਕਹਿ ਦਿੰਦੇ ਹਾਂ, ਠੀਕ ਹੈ। ਤੇ ਚੈਟ ਜੋ ਚੈਟ ਕਰਦਾ ਉਹਨੂੰ ਚੈਟਰ, ਤੇ ਚੈਟਰ ਬਾਕਸ ਮਤਲਬ ਕਿ ਗੱਲਾਂ ਦਾ ਡੱਬਾ, ਉਸ ਸਰੀਰ ਨੂੰ ਕਿਹਾ ਜਾਂਦਾ ਚੈਟਰ ਬਾਕਸ, ਅਰਥਾਤ ਉਹ ਬੰਦਾ ਜਿਹੜਾ ਗਾਲੜੀ ਹੋਵੇ। ਸ਼ੀ ਸਿੰਪਲੀ ਕੁਡ ਨਾਟ ਲਿਵ ਵਿਦਾਊਟ ਚੈਟਿੰਗ ਆਲ ਦਾ ਟਾਈਮ, ਹਰ ਵੇਲੇ, ਉਹ ਹਰ ਵੇਲੇ ਬੋਲੇ ਬਿਨਾ ਰਹਿ ਹੀ ਨਹੀਂ ਸੀ ਸਕਦੀ। ਮਤਲਬ ਕਿ ਉਹਦੀ ਜ਼ਿੰਦਗੀ ਉੱਤੇ ਟਿਕੀ ਹੋਈ ਸੀਗੀ, ਤੁਸੀਂ ਉਹਦੇ ਬਾਰੇ ਮਤਲਬ ਕਿ ਸੋਚ ਨਹੀਂ ਸਕਦੇ ਸੀ ਕਿ ਇਹ ਬੋਲੇ ਬਿਨਾ ਰਹਿ ਸਕਦੀ ਹੈ। ਹਰ ਮਦਰ ਵਾਜ਼ ਆਫਟਨ ਵਰਿਡ ਅਬਾਊਟ ਦਿਸ, ਇਹਦੀ ਇਸ ਗੱਲ ਬਾਰੇ, ਆਦਤ ਬਾਰੇ। ਨੌਨ ਸਟਾਪ ਮੈਨੇ ਬੇਰੋਕ, ਬਿਨਾ ਰੁਕੇ। ਚੈਟਰ, ਚੈਟਰ ਮੈਨੇ ਬਕ ਬਕ। ਆਫ ਮਿੰਨੀ, ਉਸ ਦੀ ਮਾਂ ਮਿੰਨੀ ਦੀ ਬੇਰੋਕ ਬੜਬੜ ਤੋਂ ਚਿੰਤਤ ਰਹਿੰਦੀ ਸੀ, ਇੰਨਾ ਬੋਲਦੀ ਰਹਿੰਦੀ ਹੈ। ਤੇ ਉਹਦੀ ਮਾਂ ਜਿਹੜੀ ਹੈ ਉਹਦੀ ਇਸ ਸੁਭਾਅ ਤੋਂ, ਇਸ ਆਦਤ ਤੋਂ, ਕਿਹੜੀ ਆਦਤ ਤੋਂ? ਨੌਨ ਸਟਾਪ ਚੈਟਰ, ਬਿਨਾਂ ਰੁਕੇ ਬੜਬੜ ਕਰੀ ਜਾਣਾ, ਬੋਲੀ ਜਾਣਾ। ਉਹਦੀ ਮਾਂ ਆਮ ਤੌਰ ਤੇ, ਆਫਟਨ ਬਣਦਾ ਆਮ ਤੌਰ ਤੇ, ਫਿਕਰਮੰਦ ਰਹਿੰਦੀ ਸੀ, ਚਿੰਤਤ ਰਹਿੰਦੀ ਸੀ। ਵਰਿਡ ਮੈਨੇ ਚਿੰਤਤ ਜਾਂ ਫਿਕਰਮੰਦ, ਠੀਕ ਹੈ। ਐਂਡ ਟਰਾਈਡ, ਟਰਾਈ ਮੈਨੇ ਯਤਨ ਕਰਨਾ, ਟਰਾਈਡ ਮੈਨੇ ਕੋਸ਼ਿਸ਼ ਕਰਦੀ ਸੀ, ਯਤਨ ਕਰਦੀ ਸੀ। ਟੂ ਕੁਆਇਟਨ ਹਰ, ਕੁਆਇਟ ਹੁੰਦਾ ਚੁੱਪ ਤੇ ਕੁਆਇਟਨ ਹੁੰਦਾ ਚੁੱਪ ਕਰਨਾ ਜਾਂ ਚੁੱਪ ਕਰਾਉਣਾ। ਟੂ ਤੋਂ ਬਾਅਦ ਹਮੇਸ਼ਾ ਫਸਟ ਫਾਰਮ ਆਉਂਦੀ ਹੈ, ਸੋ ਟੂ ਕੁਆਇਟਨ ਹਰ, ਅਤੇ ਉਸਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਸੀ। ਜਿੱਦਾਂ ਵਿੱਚ ਵਿੱਚ ਬੋਲਦੀ ਹੋਣੀ ਹੈ, ਮਿੰਨੀ ਚੁੱਪ ਕਰ, ਹੁਣ ਮਿੰਨੀ ਬਸ ਕਰ, ਮਿੰਨੀ ਬਹੁਤ ਬੋਲ ਲਿਆ। ਆਮ ਤੌਰ ਤੇ ਅਸੀਂ ਘਰਾਂ 'ਚ ਦੇਖਦੇ ਹਾਂ ਜਿੱਲੇ ਕੋਈ ਨਿਆਣਾ ਬਹੁਤ ਜ਼ਿਆਦਾ ਬੋਲਦਾ ਹੋਵੇ ਤੇ ਵੱਡੇ ਕਹਿੰਦੇ ਨੇ ਹੁਣ ਬਸ ਕਰ, ਬਹੁਤ ਹੋ ਗਿਆ, ਹੁਣ ਆਰਾਮ ਕਰ ਲੈ, ਹੁਣ ਕੁਛ ਹੋਰ ਕਰ ਲੈ, ਠੀਕ ਹੈ, ਜਾਂ ਕੰਨ ਨਾ ਖਾ। ਸੋ ਉਹਦੀ ਮਾਂ ਵੀ ਉਹਨੂੰ ਇੱਦਾਂ ਚੁੱਪ ਕਰਾਉਣ ਦਾ ਯਤਨ ਕਰਦੀ ਸੀ। ਬਟ ਨੋ ਵਨ ਕੁਡ ਥਿੰਕ, ਪਰ ਕੋਈ ਇਸ ਬਾਰੇ ਸੋਚ ਨਹੀਂ ਸਕਦਾ ਸੀ। ਕਿਹਦੇ ਬਾਰੇ? ਆਫ ਮਿੰਨੀ ਬੀਇੰਗ ਕੁਆਇਟ, ਪਰ ਕੋਈ ਵੀ ਇਸ ਗੱਲ ਦਾ ਤਸੱਵਰ, ਇਸ ਗੱਲ ਦੀ ਕਲਪਨਾ ਨਹੀਂ ਕਰ ਸਕਦਾ ਸੀਗਾ ਕਿ ਮਿੰਨੀ ਚੁੱਪ ਹੋ ਕੇ ਬੈਠੀ ਹੋਈ ਹੈ। ਪਰ ਕੋਈ ਵੀ ਮਿੰਨੀ ਦੇ ਚੁੱਪ ਰਹਿਣ ਬਾਰੇ ਸੋਚ ਨਹੀਂ ਸੀ ਸਕਦਾ, ਅਰਥਾਤ ਕੋਈ ਇਸ ਗੱਲ ਦੀ ਕਲਪਨਾ ਨਹੀਂ ਕਰ ਸਕਦਾ ਸੀਗਾ ਕਿ ਜਿਹੜੀ ਮਿੰਨੀ ਹੈ ਉਹ ਚੁੱਪ ਕਰਕੇ ਬੈਠੀ ਹੋਈ ਹੈ। ਅਰਥਾਤ ਸਭ ਨੂੰ ਉਹਦੀ ਇਸ ਆਦਤ ਦਾ ਪਤਾ ਸੀ। ਆਓ ਅੱਗੇ ਚਲੀਏ। ਹਰ ਕਨਵਰਸੇਸ਼ਨ, ਕਨਵਰਸੇਸ਼ਨ ਹੁੰਦਾ ਬੱਚਿਓ ਗੱਲਬਾਤ। ਹਰ ਮੈਨੇ ਉਹਦੀ, ਮਿੰਨੀ, ਕਿਉਂਕਿ ਹਰ ਇਸਤਰੀ ਲਿੰਗ ਹੈ, ਕੁੜੀ ਹੈ ਤੇ ਹਰ ਆਇਆ, ਠੀਕ ਹੈ। ਜੇ ਆਦਮੀ ਹੁੰਦਾ, ਪੁਲਿੰਗ ਹੁੰਦਾ, ਫਿਰ ਆਣਾ ਸੀ ਹਿਜ਼। ਸੋ ਹਰ ਦਾ ਮਤਲਬ ਹੈ ਉਹ ਉਹਦੀ ਗੱਲ ਹੋ ਰਹੀ ਹੈ, ਕੁੜੀ ਦੀ, ਮਿੰਨੀ ਦੀ। ਹਰ ਕਨਵਰਸੇਸ਼ਨ ਵਿਦ ਹਰ, ਵਿਦ ਨਾਲ, ਹਰ ਮੈਨੇ ਉਹਦੇ ਪਿਤਾ ਦੇ ਨਾਲ। ਵਾਜ਼ ਆਲਵੇਜ਼ ਵੈਰੀ ਲਾਈਵਲੀ,
ਉਸਦੀ ਆਪਣੇ ਪਿਤਾ ਨਾਲ ਗੱਲਬਾਤ ਹਮੇਸ਼ਾ ਬੜੀ ਜੋਸ਼ੀਲੀ ਜਾਂ ਉਤਸ਼ਾਹਪੂਰਨ ਹੁੰਦੀ ਸੀ, ਲਾਈਵਲੀ, ਫੁੱਲ ਆਫ ਲਾਈਫ, ਮਤਲਬ ਬੜੀ ਜੋਸ਼ ਵਾਲੀ। ਠੀਕ ਹੈ, ਹਰ ਕਨਵਰਸੇਸ਼ਨ ਉਹਦੀ ਆਪਣੇ ਪਿਤਾ ਨਾਲ ਜਿਹੜੀ ਗੱਲਬਾਤ ਸੀ ਉਹ ਹਮੇਸ਼ਾ ਬੜੀ ਉਤਸ਼ਾਹਪੂਰਨ ਹੁੰਦੀ ਸੀ। ਵਨ ਡੇ, ਇੱਕ ਦਿਨ, ਮਿੰਨੀ ਕੇਮ ਬਰਸਟਿੰਗ ਇਨਟੂ ਹਰ ਫਾਦਰਸ ਸਟੱਡੀ। ਹੁਣ ਬੱਚੋ ਤੁਹਾਨੂੰ ਮੈਂ ਇੱਕ ਸ਼ਬਦ ਤੁਸੀਂ ਸੁਣਿਆ ਹੋਣਾ, ਉਹਦਾ ਮੈਂ ਨਵਾਂ ਅਰਥ ਦੱਸਾਂਗਾ, ਔਰ ਮੈਨੂੰ ਯਕੀਨ ਹੈ ਬੜੇ ਬੱਚਿਆਂ ਨੂੰ ਇਹਦਾ ਪਤਾ ਨਹੀਂ ਹੋਏਗਾ। ਸਟੱਡੀ ਮੈਨੇ ਹੁੰਦਾ ਆਮ ਤੌਰ 'ਤੇ ਅਸੀਂ ਕਿਰਿਆ ਦੇ ਤੌਰ 'ਤੇ ਪੜ੍ਹਦੇ ਹਾਂ। ਵਟ ਆਰ ਯੂ ਸਟੱਡਿੰਗ, ਤੁਸੀਂ ਕੀ ਪੜ੍ਹ ਰਹੇ ਹੋ। ਆਈ ਵਾਂਟ ਟੂ ਡੂ ਮਾਈ ਸਟੱਡੀਜ਼, ਮੈਂ ਆਪਣੀ ਪੜ੍ਹਾਈ ਕਰਨਾ ਚਾਹੁੰਦਾ ਹਾਂ। ਇੱਕ ਸਟੱਡੀ ਹੁੰਦਾ ਬੱਚੋ ਨਾਮ, ਜਿਹੜਾ ਪੜ੍ਹਨ ਵਾਲਾ ਕਮਰਾ ਹੁੰਦਾ ਉਹਨੂੰ ਵੀ ਅਸੀਂ ਕਹਿੰਦੇ ਹਾਂ ਸਟੱਡੀ। ਜਿੱਦਾਂ ਮੈਂ ਕਹਾਂ ਆਈ ਐਮ, ਮੈਨੂੰ ਕੋਈ ਪੁੱਛੇ ਤੁਸੀਂ ਕੀ ਕਰ ਰਹੇ ਹੋ, ਤੇ ਮੈਂ ਕਹਾਂਗਾ ਆਈ ਐਮ ਡੂਇੰਗ ਸਮ ਵਰਕ ਇਨ ਮਾਈ ਸਟੱਡੀ, ਅਰਥਾਤ ਮੈਂ ਆਪਣੇ ਪੜ੍ਹਨ ਵਾਲੇ ਕਮਰੇ 'ਚ, ਆਪਣੇ ਦਫ਼ਤਰ 'ਚ ਕੰਮ ਕਰ ਰਿਹਾ ਹਾਂ। ਸੋ ਸਟੱਡੀ ਦਾ ਮਤਲਬ ਇਹ ਹੁੰਦਾ ਹੈ ਕਮਰਾ, ਨਿੱਜੀ ਕਮਰਾ, ਜਿਸ 'ਚ ਬੰਦੇ ਨੇ ਆਪਣੇ ਕੋਈ ਜ਼ਰੂਰੀ ਕੰਮ ਕਰਨੇ ਹੁੰਦੇ ਨੇ, ਕਿਤਾਬਾਂ ਪਈਆਂ ਹੁੰਦੀਆਂ, ਟੇਬਲ ਪਿਆ ਹੁੰਦਾ, ਕੁਰਸੀ ਪਿਆ ਹੁੰਦਾ, ਕੁਰਸੀ ਪਈ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਹੈ ਸਟੱਡੀ, ਜਿੱਥੇ ਬੈਠ ਕੇ ਬੰਦਾ ਆਪਣਾ ਕੋਈ ਕਿਤਾਬੀ ਕਾਗਜ਼ੀ ਕੰਮਕਾਰ ਕਰਦਾ ਹੈ। ਠੀਕ ਹੈ, ਸੋ ਕਹਿੰਦੇ ਵਨ ਡੇ, ਇੱਕ ਦਿਨ, ਮਿੰਨੀ ਕੇਮ ਬਰਸਟਿੰਗ, ਬਰਸਟਿੰਗ ਮਾਨੇ ਹਨੇਰੀ ਬਣ ਕੇ, ਦੌੜੀ ਦੌੜੀ, ਧੱਕੇ ਨਾਲ। ਮਤਲਬ ਪਿਤਾ ਕੋਲੋਂ ਆਮ ਤੌਰ 'ਤੇ ਸਟੱਡੀ ਵਿੱਚ ਅਸੀਂ ਬੂਹਾ ਖੜਕਾ ਕੇ ਜਾਂਦੇ ਹਾਂ, ਬੰਦੇ ਕੋਲ ਇਜਾਜ਼ਤ ਲੈ ਕੇ ਜਾਂਦੇ ਹਾਂ, ਕਿਉਂਕਿ ਬੰਦਾ ਕੰਮ ਕਰ ਰਿਹਾ ਹੁੰਦਾ, ਉਹ ਡਿਸਟਰਬ ਨਹੀਂ ਹੋਣਾ ਚਾਹੀਦਾ। ਪਰ ਉਹ ਤਾਂ ਉਹਦਾ ਘਰ ਸੀਗਾ, ਠੀਕ ਹੈ, ਨਾਲੇ ਉਹ ਆਪਣੇ ਪਿਤਾ ਸੀਗੇ, ਪਰ ਫਿਰ ਵੀ ਕੁਛ ਨਾ ਕੁਛ ਡਿਸਿਪਲਿਨ ਬਣਿਆ ਹੁੰਦਾ ਘਰਾਂ 'ਚ। ਅਤੇ ਉਹ ਕਹਿੰਦੇ ਵਨ ਡੇ ਮਿੰਨੀ ਕੇਮ ਬਰਸਟਿੰਗ, ਬਰਸਟਿੰਗ ਮੈਨੇ ਇੱਕੋ ਦਮ ਹਨੇਰੀ ਵਾਂਗੂ ਆਈ, ਇਨਟੂ ਹਰ ਫਾਦਰਸ ਸਟੱਡੀ, ਫਾਦਰਸ, ਇਹ ਦੇਖੋ ਫਾਦਰ ਦੇ ਕਮਰੇ ਵਿੱਚ ਆਈ, ਪੜ੍ਹਨ ਵਾਲੇ ਕਮਰੇ 'ਚ ਆਈ। ਇਹ ਏ ਪੋਸਟ੍ਰੋਫੀ ਹੈ, ਫਾਦਰਸ, ਇਹਦਾ ਫਾਦਰ ਦੇ। ਇਹ ਤੁਹਾਨੂੰ ਪਹਿਲਾਂ ਹੀ ਬੜੀ ਵਾਰ ਦੱਸਿਆ, ਜਿੱਥੇ ਏ ਪੋਸਟ੍ਰੋਫੀ ਆਵੇ, ਐਸ ਆਵੇ, ਇਹਦਾ ਮਤਲਬ ਦਾ, ਦੇ, ਦੀ, ਅਰਥਾਤ ਆਪਣੇ ਪਿਤਾ ਦੇ ਪੜ੍ਹਨ ਵਾਲੇ ਕਮਰੇ 'ਚ ਅਚਾਨਕ ਆਈ। ਠੀਕ ਹੈ। ਸ਼ੀ ਪੁੱਟ ਹਰ ਆਰਮ ਅਰਾਊਂਡ ਹਿਮ, ਆਰਮ ਮੈਨੇ ਬਾਂਹ, ਆਪਣੀ ਬਾਂਹ ਉਹਨਾਂ ਦੇ ਦੁਆਲੇ ਪਾਈ, ਜਿੱਦਾਂ ਧੀਆਂ ਕਰਦੀਆਂ ਹੈ ਨਾ, ਇਹਦਾ ਗਲੇ ਮਿਲਦੀਆਂ। ਉਹਨੇ ਕੀ ਕੀਤਾ, ਮਿੰਨੀ ਨੇ ਆਪਣੀ ਬਾਂਹ ਉਹਨਾਂ ਦੇ ਦੁਆਲੇ ਪਾਈ। ਐਂਡ ਸੈਡ, ਭੂਤਕਾਲ ਦੀ ਗੱਲ ਹੈ, ਅਤੇ ਕਿਹਾ ਵਟ ਡੂ ਯੂ ਥਿੰਕ ਫਾਦਰ, ਪਿਤਾ ਜੀ ਤੁਹਾਡਾ ਕੀ ਖਿਆਲ ਹੈ। ਉਹਨਾਂ ਨੇ ਗੱਲ ਸ਼ੁਰੂ ਕਰਨੀ ਹੈ, ਹੁਣ ਉਹਨਾਂ ਦੇ ਵਿਚਾਰ ਮੰਗ ਰਹੀ ਹੈ। ਵਟ ਡੂ ਯੂ ਥਿੰਕ ਫਾਦਰ, ਤੁਸੀਂ ਕੀ ਸੋਚਦੇ ਹੋ ਜਾਂ ਤੁਹਾਡਾ ਕੀ ਖਿਆਲ ਹੈ। ਹੁਣ ਦੇਖਿਓ ਕਿਸ ਬਾਰੇ ਪੁੱਛ ਰਹੀ ਹੈ ਕਿ ਪਿਤਾ ਦਾ ਕੀ ਖਿਆਲ ਹੈ। ਆਓ ਅੱਗੇ ਦੇਖੀਏ। ਉਹ ਕਹਿੰਦੀ ਹੈ, ਹੁਣ ਭੋਲਾ ਹੋਣਾ ਕੋਈ, ਉਹਨਾਂ ਦਾ ਘਰ ਦਾ ਨੌਕਰ ਹੋਏਗਾ ਜਾਂ ਕੋਈ ਕੰਮਕਾਰ ਵਾਲਾ ਹੋਣਾ ਬੰਦਾ, ਹੈ ਨਾ, ਕੋਈ ਧੋਬੀ ਹੋ ਸਕਦਾ, ਕੁਛ ਵੀ, ਇਹਦੇ ਬਾਰੇ ਜ਼ਿਕਰ ਨਹੀਂ ਹੈਗਾ। ਕਹਿੰਦੇ ਭੋਲਾ ਸੇਜ਼, ਇਹ ਮਿੰਨੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਪਿਤਾ ਜੀ ਤੁਹਾਡਾ ਕੀ ਵਿਚਾਰ ਹੈ, ਤੁਹਾਡਾ ਕੀ ਖਿਆਲ ਹੈ। ਭੋਲਾ ਸੇਜ਼ ਦੇਅਰ ਇਜ਼ ਐਨ ਐਲੀਫੈਂਟ ਇਨ ਦਾ ਕਲਾਊਡਸ, ਭੋਲਾ ਕਹਿੰਦਾ ਹੈ ਕਿ ਬੱਦਲਾਂ 'ਚ ਇੱਕ ਹਾਥੀ ਹੈ। ਬਲੋਇੰਗ ਵਾਟਰ ਆਊਟ ਆਫ ਇਟਸ ਟਰੰਕ, ਟਰੰਕ ਹੁੰਦੀ ਬੱਚੋ ਸੁੰਡ, ਤੇ ਬਲੋ ਆਊਟ, ਬਲੋਇੰਗ ਵਾਟਰ ਆਊਟ ਮੈਨੇ ਫੁੰਕਾਰੇ ਮਾਰ ਕੇ ਪਾਣੀ ਸੁੱਟਣਾ। ਉਹ ਕਹਿੰਦੀ, ਮਿੰਨੀ ਆ ਕੇ ਪਿਤਾ ਨੂੰ ਕਹਿੰਦੀ ਹੈ, ਪਿਤਾ ਜੀ ਤੁਹਾਡਾ ਕੀ ਵਿਚਾਰ ਹੈ। ਭੋਲਾ ਤੇ ਕਹਿੰਦਾ ਹੈ ਕਿ ਬੱਦਲਾਂ ਵਿੱਚ ਇੱਕ ਹਾਥੀ ਹੈ ਜੋ ਆਪਣੀ ਸੁੰਡ 'ਚੋਂ ਫੁੰਕਾਰੇ ਦੇ ਨਾਲ ਪਾਣੀ ਸੁੱਟਦਾ ਹੈ। ਐਂਡ ਦੈਟ ਇਜ਼ ਵਾਈ ਇਟ ਰੇਨਸ, ਅਤੇ ਇਸੇ ਕਰਕੇ ਮੀਂਹ ਪੈਂਦਾ ਹੈ। ਹੁਣ ਉਹ ਕਹਿੰਦੀ ਵੀ ਭੋਲਾ ਤਾਂ ਇੱਦਾਂ ਕਹਿੰਦਾ ਹੈ ਕਿ ਬੱਦਲਾਂ 'ਚ ਇੱਕ ਹਾਥੀ ਹੈ ਜੋ ਆਪਣੀ ਸੁੰਡ ਰਾਹੀਂ ਫੁਕਾਰੇ ਮਾਰ ਕੇ ਪਾਣੀ ਸੁੱਟਦਾ ਹੈ, ਅਤੇ ਇਸੇ ਕਰਕੇ ਮੀਂਹ ਪੈਂਦਾ ਹੈ। ਅਤੇ ਪਿਤਾ ਜੀ ਤੁਸੀਂ ਦੱਸੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਤੁਹਾਡਾ ਕੀ ਖਿਆਲ ਹੈ। ਹੁਣ ਉਹ ਗੱਲੜੀ ਦੇ ਸੀਗੀ, ਚੰਚਲ ਸੀਗੀ। ਕਹਿੰਦੇ ਬਿਫੋਰ ਹੀ ਕੁਡ ਰਿਪਲਾਈ, ਇਸ ਤੋਂ ਪਹਿਲਾਂ ਕਿ ਉਹ ਜਵਾਬ ਦਿੰਦੇ, ਹੁਣ ਉਹਨਾਂ ਨੇ ਜਵਾਬ ਤੇ ਦੇਣਾ ਸੀ ਆਪਣੀ ਧੀ ਨੂੰ, ਪਰ ਕਹਿੰਦੇ ਇਸ ਤੋਂ ਪਹਿਲੇ ਉਹ ਜਵਾਬ ਦਿੰਦੇ ਉਹਦਾ ਧਿਆਨ ਹੋਰ ਕਿਤੇ ਚਲਾ ਗਿਆ। ਸ਼ੀ ਰੈਨ ਟੂ ਦੀ ਵਿੰਡੋ ਕਰਾਈਂਗ, ਉਹ ਕੂਕਦੀ ਹੋਈ ਤਾਕੀ ਵੱਲ ਭੱਜੀ, ਮਤਲਬ ਪਿਤਾ ਕੋਲੋਂ ਜਵਾਬ ਦੀ ਉਡੀਕ ਨਹੀਂ ਕੀਤੀ। ਬੱਚਿਆਂ ਦਾ ਧਿਆਨ ਤੇ ਕਦੀ ਇੱਧਰ ਕਦੀ ਇੱਧਰ, ਸਵਾਲ ਤੇ ਪੁੱਛ ਲਿਆ ਵੀ ਪਿਤਾ ਜੀ ਤੁਹਾਡਾ ਕੀ ਵਿਚਾਰ ਹੈ, ਭੋਲਾ ਇੱਦਾਂ ਕਹਿੰਦਾ, ਪਰ ਇਸ ਤੋਂ ਪਹਿਲੇ ਉਹਦੇ ਪਿਤਾ ਜੀ ਉਹਨੂੰ ਕੁਝ ਕਹਿੰਦੇ, ਉਹਨੇ ਦੇਖਿਆ ਕਿ ਪਿਤਾ ਜੀ ਨੇ ਦੇਖਿਆ, ਉਹ ਤੇ ਭੱਜ ਕੇ ਤਾਕੀ ਵੱਲ, ਖਿੜਕੀ ਵੱਲ ਭੱਜ ਗਈ, ਤੇ ਨਾਲ ਕੂਕਦੀ ਜਾ ਰਹੀ ਹੈ। ਕੀ ਕੂਕਦੀ ਜਾ ਰਹੀ ਹੈ, ਕਾਬਲੀ ਵਾਲਾ, ਕਾਬਲੀ ਵਾਲਾ, ਹੈ ਨਾ, ਜਿੱਦਾਂ ਅਸੀਂ ਕਹਿੰਦੇ ਸਬਜ਼ੀ ਵਾਲਾ, ਸਬਜ਼ੀ ਵਾਲਾ, ਹੈ ਨਾ, ਜਾਂ ਮਨਿਆਰੀ ਵਾਲਾ, ਮਨਿਆਰੀ ਵਾਲਾ। ਉਹ ਕਹਿੰਦੀ ਕਾਬਲੀ ਵਾਲਾ, ਕਾਬਲੀ ਵਾਲਾ। ਕਾਬਲੀ ਵਾਲਾ ਬੱਚੇ ਮੇਰੇ ਖਿਆਲ ਸ਼ਬਦ ਉੱਥੋਂ ਨਿਕਲਿਆ। ਇਹ ਇੱਕ ਸਮਾਂ ਸੀ ਕਾਬੁਲ ਤੋਂ ਜਿਹੜੇ ਬੰਦੇ
ਜਿਹੜਾ ਆਪਣੀ ਸਰਹੱਦ ਦੇ ਨਾਲ ਲੱਗਦਾ ਹੈ, ਕਾਬੁਲ ਤੋਂ ਅਫਗਾਨਿਸਤਾਨ ਤੋਂ ਬੰਦੇ ਇੰਡੀਆ ਜਾਂਦੇ ਨੇ, ਠੀਕ ਹੈ, ਸਮਾਨ ਵੇਚਣ, ਆਪਣੇ ਮੇਵੇ ਮੂਵੇ, ਤੇ ਉਹਨੂੰ ਕਹਿੰਦੇ ਸੀ ਕਾਬੁਲੀ ਵਾਲਾ, ਠੀਕ ਹੈ ਨਾ। ਉਹ ਇਸ ਦੇਸ਼ ਦੇ ਵਸਨੀਕ ਨਹੀਂ ਸੀਗੇ, ਪਰ ਪ੍ਰਦੇਸਾਂ 'ਚ ਬੰਦੇ ਜਿੱਦਾਂ ਕੰਮ ਕਰਨ, ਕਮਾਈ ਕਰਨ ਜਾਂਦੇ ਨੇ, ਤੇ ਅਫਗਾਨਿਸਤਾਨ ਤੋਂ ਆਉਂਦੇ ਸੀ ਬੰਦੇ। ਸੋ ਕਹਿੰਦੇ ਉਹ ਕਾਬੁਲੀ ਵਾਲਾ, ਕਾਬੁਲੀ ਵਾਲਾ। ਮਿੰਨੀ ਨੇ ਇੱਦਾਂ ਮਤਲਬ ਕਿ ਕੂਕਦੀ ਹੋਈ ਖਿੜਕੀ ਵੱਲ ਭੱਜੀ, ਉਹਨੂੰ ਖਿੜਕੀ 'ਚੋਂ ਨਜ਼ਰ ਆਇਆ ਹੋਣਾ ਕਾਬੁਲੀ ਵਾਲਾ। ਮਿੰਨੀ ਕਾਲਡ ਆਊਟ, ਕਾਲ ਆਊਟ ਹੁੰਦਾ ਮੈਨੇ ਹਾਕ ਮਾਰਨੀ। ਮਿੰਨੀ ਕਾਲਡ ਆਊਟ ਟੂ ਦੀ ਕਾਬੁਲੀ ਵਾਲਾ, ਉਹਨੇ ਕਾਬੁਲੀ ਵਾਲਾ ਨੂੰ ਹਾਕ ਮਾਰੀ ਜਾਂ ਪੁਕਾਰਿਆ। ਕਾਲ ਮੈਨੇ ਬੁਲਾਣਾ, ਕਾਲਡ ਆਊਟ ਮੈਨੇ ਬੁਲਾਇਆ, ਠੀਕ ਹੈ। ਸੋ ਉਹਨੇ ਕੀ, ਉਹਨੇ ਕਾਬੁਲੀ ਵਾਲੇ ਨੂੰ ਬੁਲਾਇਆ, ਤੇ ਬਟ ਵੈਨ ਹੀ ਲੁਕਡ ਐਟ ਹਰ, ਜਦੋਂ ਉਹਨੇ ਬੁਲਾਇਆ ਤੇ ਉਹਨੇ ਦੇਖਿਆ ਵੀ ਕੋਈ ਹਾਕ ਮਾਰਦਾ, ਤੇ ਜਦੋਂ ਉਹਨੇ ਉਹਦੇ ਵੱਲ ਦੇਖਿਆ, ਵੈਨ ਕਹਿੰਦੇ ਕਾਬੁਲੀ ਵਾਲੇ ਨੇ, ਵੈਨ ਹੀ ਲੁਕਡ, ਲੁਕ ਮੈਨੇ ਦੇਖਣਾ, ਲੁਕਡ ਮੈਨੇ ਦੇਖਿਆ, ਐਟ ਹਰ ਉਹਦੇ ਵੱਲ ਦੇਖਿਆ, ਸ਼ੀ ਵਾਜ਼ ਇਨ ਟੈਰਰ, ਟੈਰਰ ਮੈਨੇ ਉਹ ਡਰ 'ਚ ਆ ਗਈ, ਅਰਥਾਤ ਡਰ ਗਈ। ਟੈਰਰ ਦਾ ਮਤਲਬ ਹੁੰਦਾ ਬੱਚੋ ਡਰ, ਖੌਫ, ਘਬਰਾ ਜਾਣਾ। ਕਹਿੰਦੇ ਪਰ ਜਦੋਂ ਉਹਨੇ ਦੇਖਿਆ ਉਹਦੇ ਵੱਲ, ਉਹ ਡਰ ਗਈ। ਐਂਡ ਰੈਨ ਟੂ ਹਰ ਫਾਦਰ, ਇਹ ਦੇਖੋ ਇੱਥੇ ਸੀ ਨਾ ਰੈਨ, ਇੱਥੇ ਵੀ ਆਇਆ ਸੀਗਾ ਰੈਨ, ਤੇ ਇੱਥੇ ਫਿਰ ਆ ਗਿਆ ਰੈਨ। ਸੋ ਰੈਨ ਮੈਨੇ ਮੈਂ ਦੁਬਾਰਾ ਮਤਲਬ ਨਹੀਂ ਲਿਖ ਰਿਹਾ, ਕਿਉਂਕਿ ਮੈਂ ਪਹਿਲੇ ਲਿਖ ਚੁੱਕਾ। ਰਨ ਮੈਨੇ ਭੱਜਣਾ, ਰਨ, ਰੈਨ, ਰਨ, ਠੀਕ ਹੈ। ਸੋ ਰੈਨ ਟੂ ਹਰ ਫਾਦਰ, ਆਪਣੇ ਪਿਤਾ ਵੱਲ ਭੱਜ ਕੇ ਚਲੀ ਗਈ। ਪਹਿਲੇ ਪਿਤਾ ਤੋਂ ਭੱਜ ਕੇ ਤਾਕੀ ਵੱਲ ਗਈ, ਤੇ ਕਾਬੁਲੀ ਵਾਲੇ ਨੂੰ ਹਾਕ ਮਾਰੀ। ਜਦੋਂ ਕਾਬੁਲੀ ਵਾਲੇ ਨੇ ਦੇਖਿਆ ਤੇ ਡਰ ਗਈ, ਤੇ ਮੁੜ ਕੇ ਫਿਰ ਭੱਜ ਕੇ ਆਪਣੇ ਪਿਤਾ ਕੋਲ ਆ ਗਈ। ਸ਼ੀ ਹੈਡ ਹਰਡ, ਹੀਅਰ ਮੈਨੇ ਸੁਣਨਾ, ਹਰਡ ਮੈਨੇ ਸੁਣਿਆ, ਹੈਡ ਹਰਡ ਮੈਨੇ ਸੁਣ ਰੱਖਿਆ ਸੀ, ਸੁਣ ਚੁੱਕੀ ਸੀ। ਦੈਟ ਕਾਬੁਲੀ ਵਾਲਾਜ਼ ਕੌਟ ਚਿਲਡਰਨ, ਕੈਚ ਮੈਨੇ ਫੜਨਾ, ਕੌਟ ਮੈਨੇ ਫੜਦੇ ਨੇ, ਫੜੇ, ਹੈ ਨਾ, ਭੂਤਕਾਲ ਦੀ ਗੱਲ ਹੋ ਗਈ, ਉਹਨੇ ਭੂਤਕਾਲ ਦੀ ਗੱਲ ਕਰ ਰਹੀ ਹੈ। ਕਹਿੰਦੇ ਸ਼ੀ ਹੈਡ ਹਰਡ ਦੈਟ ਕਾਬੁਲੀ ਵਾਲਾਜ਼ ਕੌਟ ਚਿਲਡਰਨ, ਉਹਨੇ ਸੁਣ ਰੱਖਿਆ ਸੀ ਕਿ ਕਾਬੁਲੀ ਵਾਲੇ ਨਿਆਣੇ ਚੁੱਕ ਲੈਂਦੇ ਹਨ। ਉਹਨੇ ਸੁਣਿਆ ਸੀ ਕਿਤੇ ਨੇ, ਉਹਦੇ ਕੰਨਾਂ 'ਚ ਗੱਲ ਪਾਤੀ ਹੋਣੀ ਹੈ। ਪੁੱਟ ਦੈਮ ਇਨ ਦੇਅਰ ਸੈਕਸ, ਸੈਕ ਹੁੰਦਾ ਝੋਲਾ, ਵੱਡਾ ਸਾਰਾ ਝੋਲਾ ਜਾਂ ਬੋਰੀ, ਤੇ ਸੈਕਸ ਬੋਰੀਆਂ, ਆਪਣੀਆਂ ਬੋਰੀਆਂ 'ਚ ਪਾ ਲੈਂਦੇ ਹਨ। ਐਂਡ ਟੁੱਕ ਦੈਮ ਅਵੇ, ਅਤੇ ਦੂਰ ਲੈ ਜਾਂਦੇ ਹਨ। ਉਹ ਕਿਉਂ ਡਰੀ ਸੀਗੀ? ਉਹ ਇਸ ਕਰਕੇ ਡਰ ਗਈ ਸੀ ਕਿ ਉਹਨੇ ਇਹ ਸੁਣ ਰੱਖਿਆ ਸੀ ਕਿ ਕਾਬੁਲੀ ਵਾਲੇ ਨਿਆਣੇ ਚੁੱਕ ਲੈਂਦੇ ਹਨ। ਕਾਬੁਲੀ ਵਾਲਾ ਸਕਾਟ ਚਿਲਡਰਨ, ਪੁੱਟ ਦੈਮ ਇਨ ਦੇਅਰ ਸੈਕਸ, ਆਪਣੀ ਬੋਰੀਆਂ 'ਚ ਪਾ ਲੈਂਦੇ ਹਨ। ਐਂਡ ਟੁੱਕ ਦੈਮ ਅਵੇ, ਅਤੇ ਦੂਰ ਲੈ ਜਾਂਦੇ ਹਨ, ਆਪਣੇ ਦੇਸ਼ ਜਿੱਥੋਂ ਦੀ ਆਉਂਦੇ ਹਨ, ਠੀਕ ਹੈ। ਉਹਨੇ ਗੱਲ ਸੁਣੀ ਹੋਈ ਸੀ। ਦੀ ਕਾਬੁਲੀ ਵਾਲਾ ਉਨੀ ਦੇਰ 'ਚ, ਕਿਉਂਕਿ ਉਹਨੇ ਹਾਕ ਮਾਰੀ ਸੀ, ਉਹਨੂੰ ਥੋੜ੍ਹੀ ਪਤਾ ਕਿ ਉਹ ਦੂਰ ਦੂੰ, ਕਿ ਉਹ ਡਰ ਕੇ ਆਪਣੇ ਪਿਤਾ ਵੱਲ ਭੱਜ ਗਈ ਹੈ, ਤੇ ਉਹ ਉਹਨੇ ਸਮਾਨ ਵੇਚਣਾ ਸੀਗਾ ਆਪਣਾ। ਦੀ ਕਾਬੁਲੀ ਵਾਲਾ ਕੇਮ ਟੂ ਮਿੰਨੀਜ਼ ਹਾਊਸ, ਹੁਣ ਦੇਖੋ ਉਹ ਸੀ ਨਾ ਫਾਦਰ ਸਟੱਡੀ, ਹੈ ਮਿੰਨੀਜ਼ ਹਾਊਸ, ਮਿੰਨੀ ਦੇ ਘਰ ਵੱਲ ਆਇਆ। ਕਾਬੁਲੀ ਵਾਲਾ ਮਿੰਨੀ ਦੇ ਘਰ ਵੱਲ ਆਇਆ। ਐਂਡ ਹਰ ਫਾਦਰ ਮੇਡ ਸ਼ੋਰ, ਹੁਣ ਬੱਚਿਓ ਇਹ ਤੁਸੀਂ ਫਰੇਜ਼ ਯਾਦ ਰੱਖ ਲਓ, ਟੂ ਮੇਕ ਸ਼ੋਰ। ਟੂ ਮੇਕ ਸ਼ੋਰ ਦਾ ਮਤਲਬ ਹੁੰਦਾ ਯਕੀਨੀ ਬਣਾਉਣਾ, ਠੀਕ ਹੈ। ਐਂਡ ਮੇਡ ਸ਼ੋਰ ਮੈਨੇ ਉਹਨੇ ਯਕੀਨੀ ਬਣਾਇਆ। ਦੀ ਕਾਬੁਲੀ ਵਾਲਾ ਕੇਮ ਟੂ ਮਿਨੀਜ਼ ਹਾਊਸ, ਕਾਬੁਲੀ ਵਾਲਾ ਮਿਨੀ ਦੇ ਘਰ ਵੱਲ ਆਇਆ। ਐਂਡ ਹਰ ਫਾਦਰ, ਅਤੇ ਉਹਦੇ ਪਿਤਾ ਨੇ ਯਕੀਨੀ ਬਣਾਇਆ। ਕੀ ਯਕੀਨੀ ਬਣਾਇਆ? ਦੈਟ ਮਿੰਨੀ ਕੇਮ ਆਊਟ, ਕਿ ਮਿੰਨੀ ਬਾਹਰ ਆਵੇ। ਐਂਡ ਮੈਟ ਹਿਮ, ਤੇ ਉਹਨੂੰ ਮਿਲੇ। ਕਿਉਂ ਮਿਲੇ? ਤਾਂ ਕਿ ਉਹਦੇ ਮਨ ਦਾ ਡਰ ਦੂਰ ਹੋ ਸਕੇ, ਠੀਕ ਹੈ ਨਾ। ਉਹਦੇ ਪਿਤਾ ਜੀ ਨੇ, ਕਿਉਂਕਿ ਉਹ ਭੱਜ ਕੇ ਅੰਦਰ ਚਲ ਗਈ ਸੀਗੀ, ਉਨੀ ਦੇਰ ਨੂੰ ਕਾਬੁਲੀ ਵਾਲਾ ਆ ਗਿਆ, ਤੇ ਫਿਰ ਉਹਦੇ ਪਿਤਾ ਜੀ ਨੇ ਬਾਹਰ ਜਿਹੜੇ ਬੂਹਾ ਖੜਕਾਇਆ ਹੋਣਾ, ਉਹ ਗਏ ਹੋਣੇ ਨੇ ਕਾਬੁਲੀ ਵਾਲੇ ਨੂੰ ਦੇਖਣ, ਤੇ ਉਹਨਾਂ ਨੇ ਇਹ ਗੱਲ ਨੂੰ ਯਕੀਨੀ ਬਣਾਇਆ ਕਿ ਮਿੰਨੀ ਬਾਹਰ ਆਵੇ ਤੇ ਕਾਬੁਲੀ ਵਾਲੇ ਨੂੰ ਮਿਲੇ। ਹੁਣ ਇਹ ਲਿਖਿਆ ਤੇ ਨਹੀਂ ਹੈਗਾ, ਪਰ ਇਹ ਕੁਦਰਤੀ ਗੱਲ ਹੈ। ਪਿਤਾ ਨੇ ਕਿਉਂ ਕਿਹਾ ਹੋਏਗਾ ਵੀ ਆਵੇ ਤੇ ਮਿਲੇ? ਤਾਂ ਕਿ ਉਹਦੇ ਮਨ 'ਚ ਜੋ ਡਰ ਬੈਠਾ ਹੋਇਆ ਸੀਗਾ, ਜਿਹੜਾ ਕਿ ਬੇਬੁਨਿਆਦ ਸੀਗਾ, ਉਹ ਡਰ ਨਿਕਲ ਸਕੇ, ਠੀਕ ਹੈ। ਆਓ ਅੱਗੇ ਚਲੀਏ। ਸੂਨ ਮਿੰਨੀ ਲੋਸਟ ਹਰ ਫੀਅਰ ਆਫ ਹਿਮ, ਫੀਅਰ ਦਾ ਮਤਲਬ ਹੁੰਦਾ ਬੱਚੋ ਡਰ। ਟੈਰਰ ਥੋੜਾ ਜਿਹੜਾ ਵੱਡਾ ਡਰ ਹੁੰਦਾ, ਫੀਅਰ ਛੋਟਾ ਡਰ ਹੁੰਦਾ, ਠੀਕ ਹੈ, ਪਰ ਦੋਨਾਂ ਦਾ ਇੱਕੋ ਮਤਲਬ ਡਰ ਹੈ। ਸੂਨ ਮਿੰਨੀ ਲੋਸਟ ਹਰ ਫੀਅਰ ਆਫ ਹਿਮ, ਛੇਤੀ ਹੀ ਉਸਦਾ ਉਸ ਬਾਰੇ ਡਰ ਜਾਂਦਾ ਰਿਹਾ। ਲੂਜ਼ ਮੈਨੇ ਗਵਾ ਲੈਣਾ, ਉਹਨੇ ਡਰ ਗਵਾ ਲਿਆ, ਅਰਥਾਤ ਉਹਦਾ ਡਰ ਜਾਂਦਾ ਰਿਹਾ। ਛੇਤੀ ਹੀ ਅਰਥਾਤ ਉਹਨੇ ਮਿਲ ਲਿਆ,
ਮਿਲ ਕੇ ਜਿਲੇ ਉਹਨੇ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਉਹਦਾ ਡਰ ਦੂਰ ਹੋ ਗਿਆ। ਅਸੀਂ ਆਮ ਤੌਰ 'ਤੇ ਘਰਾਂ 'ਚ ਦੇਖਦੇ ਹੀ ਹਾਂ, ਬੱਚਾ ਕਈ ਵਾਰ ਕਿਸੇ ਅਣਜਾਣ ਬੰਦੇ ਨੂੰ ਦੇਖ ਕੇ ਘਬਰਾ ਜਾਂਦਾ ਹੈ, ਡਰਦਾ ਹੈ, ਪਹਿਲੀ ਮੁਲਾਕਾਤ ਵਿੱਚ ਸੰਗਦਾ ਹੈ। ਫਿਰ ਜਿਲੇ ਉਹਨਾਂ ਦੂਜੀ ਤੀਜੀ ਵਾਰ ਮਿਲਦਾ ਹੈ ਤੇ ਉਹਦਾ ਝਾਕਾ ਲੱਥ ਜਾਂਦਾ ਹੈ। ਤੇ ਇਸੇ ਤਰ੍ਹਾਂ ਮਿੰਨੀ ਜਿਹੜੀ ਸੀਗੀ, ਮਾਫ ਕਰਨਾ ਬੱਚਿਓ, ਉਹਦਾ ਵੀ ਝਾਕਾ ਲੱਥ ਗਿਆ। ਐਂਡ ਇਟ ਵਾਜ਼ ਅ ਜੋਏ ਟੂ ਵਾਚ। ਜੋਏ ਮੈਨੇ ਖੁਸ਼ੀ, ਟੂ ਵਾਚ ਮੈਨੇ ਇਹ ਦੇਖ ਕੇ ਖੁਸ਼ੀ ਵਾਲੀ ਗੱਲ ਸੀ। ਅਤੇ ਇਹ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਦੀ ਬਿਗ, ਵੱਡਾ, ਬੀਅਰਡਡ, ਦਾੜੀ ਵਾਲਾ ਪਠਾਨ ਜਿਹੜੇ ਅਫਗਾਨਿਸਤਾਨ ਦੇ ਬੰਦੇ ਪਠਾਨ ਕਹਿੰਦੇ ਉਹਨਾਂ ਨੂੰ, ਟਾਕਿੰਗ ਟੈਂਡਰਲੀ ਮੈਨੇ ਪਿਆਰ ਨਾਲ, ਠੀਕ ਹੈ, ਦਾੜੀ ਵਾਲੇ ਵੱਡੇ ਪਠਾਨ ਨੂੰ ਪਿਆਰ ਨਾਲ ਗੱਲ ਕਰਦੇ, ਕਿਹਦੇ ਨਾਲ? ਟੂ ਦੀ ਲਿਟਲ 5 year old, ਨਿੱਕੀ 5 ਸਾਲਾਂ ਦੀ ਨਾਲ। ਅਰਥਾਤ ਕਹਿੰਦੇ ਜਦੋਂ ਉਹਦਾ ਡਰ ਦੂਰ ਹੋ ਗਿਆ ਤੇ ਕਹਿੰਦੇ ਇਟ ਵਾਜ਼ ਅ ਜੋਏ ਟੂ ਵਾਚ ਦੀ ਬਿਗ ਬੀਅਰਡਡ ਪਠਾਨ ਟਾਕਿੰਗ ਟੈਂਡਰਲੀ ਟੂ ਦੀ ਲਿਟਲ 5 year old। ਤੇ ਕਹਿੰਦੇ ਉਸ ਦਾੜੀ ਵਾਲੇ ਵੱਡੇ ਪਠਾਨ ਨੂੰ ਪਿਆਰ ਦੇ ਨਾਲ ਨਿੱਕੀ 5 ਸਾਲਾਂ ਦੀ ਕੁੜੀ ਨਾਲ ਗੱਲ ਕਰਦੇ ਦੇਖ ਕੇ ਖੁਸ਼ੀ ਹੁੰਦੀ ਸੀ। ਹੁਣ ਤੁਸੀਂ ਇਹਦਾ ਜੋੜ ਲਿਓ। ਮੈਂ ਬੱਚੇ ਤਾਂ ਇਹ ਤੋੜਿਆ ਤਾਂ ਕਿ ਤੁਹਾਨੂੰ ਇਹਨਾਂ ਦਾ ਪਤਾ ਲੱਗੇ। ਇਟ ਵਾਜ਼ ਅ ਜੋਏ ਮੈਨੇ ਖੁਸ਼ੀ ਸੀ, ਟੂ ਵਾਚ ਮੈਨੇ ਦੇਖ ਕੇ, ਬਿਗ ਮੈਨੇ ਵੱਡਾ, ਬੀਅਰਡ ਮੈਨੇ ਦਾੜੀ, ਤੇ ਬੀਅਰਡਡ ਮੈਨੇ ਦਾੜੀ ਵਾਲਾ, ਠੀਕ ਹੈ। ਬੀਅਰਡ ਦਾ ਮਤਲਬ ਦਾੜੀ ਤੇ ਬੀਅਰਡਡ ਮੈਨੇ ਦਾੜੀ ਵਾਲਾ, ਠੀਕ ਹੈ। ਟਾਕਿੰਗ ਟੈਂਡਰਲੀ, ਪਿਆਰ ਨਾਲ ਗੱਲ ਕਰਦੇ ਦੇਖ ਕੇ, ਕਿਹਦੇ ਨਾਲ? ਟੂ ਦਾ ਲਿਟਲ 5 year old, ਛੋਟੀ 5 ਸਾਲਾਂ ਦੀ ਮਿੰਨੀ ਨਾਲ ਗੱਲ ਕਰਦੇ ਦੇਖ ਕੇ ਉਸ ਵੱਡੇ ਦਾੜੀ ਵਾਲੇ ਪਠਾਨ ਨੂੰ ਦੇਖ ਕੇ ਬੜੇ ਖੁਸ਼ੀ ਹੁੰਦੀ ਸੀ। ਦੀ ਕਾਬਲੀ ਵਾਲਾ ਵਾਜ਼ ਨਾਓ ਅ ਡੇਲੀ ਵਿਜ਼ਿਟਰ, ਡੇਲੀ ਮੈਨੇ ਰੋਜ਼, ਵਿਜ਼ਿਟਰ ਮੈਨੇ ਪ੍ਰਾਹੁਣਾ ਜਾਂ ਮੁਲਾਕਾਤੀ, ਟੂ ਮਿੰਨੀਜ਼ ਹਾਊਸ। ਹੁਣ ਕਾਬਲੀ ਵਾਲਾ ਮਿੰਨੀ ਦੇ ਘਰ ਰੋਜ਼ ਦਾ ਮੁਲਾਕਾਤੀ ਸੀ, ਅਰਥਾਤ ਉਹਦੀ ਦੋਸਤੀ ਹੋ ਗਈ ਮਿੰਨੀ ਨਾਲ, ਛੋਟੀ ਨਾਲ, ਤੇ ਹੁਣ ਰੋਜ਼ ਹੀ ਉਹਦੇ ਘਰ ਆ ਜਾਂਦਾ ਸੀ। ਦੇ ਵੁੱਡ ਸਿਟ, ਉਹ ਬੈਠਦੇ, ਐਂਡ ਚੈਟ ਮੈਨੇ ਗੱਪਾਂ ਮਾਰਦੇ, ਗੱਲਾਂ ਬਾਤਾਂ ਕਰਦੇ, ਫॉर ਆਵਰਸ, ਉਹ ਬੈਠਦੇ ਤੇ ਘੰਟਿਆਂ ਬੱਧੀ ਗੱਲਾਂ ਕਰਦੇ। ਕੌਣ? ਕਾਬਲੀ ਵਾਲਾ ਤੇ ਮਿੰਨੀ। ਐਂਡ ਕਰੈਕ ਜੋਕਸ ਹੁੰਦਾ ਬੱਚੋ ਹਾਸਾ ਠੱਠਾ ਕਰਨਾ, ਵਿਦ ਈਚ ਅਦਰ, ਅਤੇ ਇੱਕ ਦੂਜੇ ਨਾਲ ਹਾਸਾ ਠੱਠਾ ਕਰਦੇ, ਠੀਕ ਹੈ। ਕਾਬਲੀ ਵਾਲਾ, ਉਹ ਕਾਬਲੀ ਵਾਲਾ, ਵਟ ਹੈਵ ਯੂ ਗੋਟ ਇਨ ਯੂਰ ਬੈਗ? ਮਿੰਨੀ ਵੁੱਡ ਆਸਕ, ਮਿੰਨੀ ਪੁੱਛਦੀ, ਕਾਬਲੀ ਵਾਲਾ, ਉਹ ਕਾਬਲੀ ਵਾਲਾ, ਤੇਰੇ ਬੈਗ ਵਿੱਚ ਕੀ ਹੈ? ਵਟ ਹੈਵ ਯੂ ਗੋਟ, ਤੇਰੇ ਕੋਲ ਕੀ ਹੈ? ਇਨ ਯੂਰ ਬੈਗ, ਤੇਰੇ ਬੈਗ ਵਿੱਚ ਤੇਰੇ ਕੋਲ ਕੀ ਹੈ? ਉਹ ਫਿਰ ਜਵਾਬ ਦਿੰਦਾ, ਐਨ ਐਲੀਫੈਂਟ, ਹਾਥੀ। ਆਂਸਰਡ ਦੀ ਕਾਬਲੀ ਵਾਲਾ, ਕਾਬਲੀ ਵਾਲੇ ਨੇ ਜਵਾਬ ਦਿੱਤਾ, ਹਾਥੀ। ਐਂਡ ਦੈਨ ਦੀ ਟੂ ਆਫ ਦੈਮ ਵੁੱਡ ਲਾਫ ਅਲਾਊਡ, ਅਤੇ ਦੋਨੋਂ ਫਿਰ ਉੱਚੀ ਉੱਚੀ ਹੱਸਦੇ। ਲਾਫ ਮੈਨੇ ਹੱਸਣਾ, ਅਲਾਊਡ ਮੈਨੇ ਉੱਚੀ ਉੱਚੀ, ਠੀਕ ਹੈ ਨਾ। ਬੋਥ ਆਫ ਦੈਮ, ਦ ਟੂ ਆਫ ਦੈਮ ਮਤਲਬ ਕਿ ਉਹ ਦੋ ਜਾਣੇ ਜਿਹੜੇ ਸੀਗੇ, ਮਿੰਨੀ ਤੇ ਕਾਬਲੀ ਵਾਲਾ, ਉੱਚੀ ਉੱਚੀ ਫਿਰ ਹੱਸਦੇ। ਅੱਗੇ ਚਲੀਏ। ਵੰਸ ਅ ਈਅਰ, ਸਾਲ 'ਚ ਇੱਕ ਵਾਰੀ, ਰਹਿਮਾਨ, ਫॉर दैट वाज ਦੀ ਕਾਬਲੀ ਵਾਲਾਜ਼ ਨੇਮ। ਜਿੱਦਾਂ ਸਬਜ਼ੀ ਵਾਲਾ ਹੈ ਨਾ, ਭਟੂਰਿਆਂ ਵਾਲਾ, ਚੂੜੀਆਂ ਵਾਲਾ, ਇਹ ਤੇ ਉਹ ਕੰਮ ਕਰਕੇ ਨਾਂ ਪੈ ਜਾਂਦਾ ਨਾ, ਪਰ ਉਹ ਬੰਦਿਆਂ ਦਾ ਨਾਂ ਤੇ ਕੋਈ ਹੁੰਦਾ। ਸੋ ਕਾਬਲੀ ਵਾਲੇ ਦਾ ਨਾਂ ਕੀ ਸੀ? ਰਹਿਮਾਨ, ਉਹਦਾ ਨਾਂ ਰਹਿਮਾਨ ਸੀ। ਵੰਸ ਅ ਈਅਰ, ਸਾਲ 'ਚ ਇੱਕ ਵਾਰੀ, ਰਹਿਮਾਨ, ਫॉर दैट वाज ਦੀ ਕਾਬਲੀ ਵਾਲਾਜ਼ ਨੇਮ, ਕਿਉਂਕਿ ਇਹ ਉਹਦਾ ਕਾਬਲੀ ਵਾਲੇ ਦਾ ਨਾਂ ਸੀ। ਵੁੱਡ ਗੋ ਬੈਕ ਟੂ ਹਿਜ਼ ਓਨ ਕੰਟਰੀ, ਉਹ ਆਪਣੇ ਦੇਸ਼ ਨੂੰ ਵਾਪਸ ਜਾਂਦਾ। ਗੋ ਬੈਕ ਮੈਨੇ ਵਾਪਸ ਜਾਣਾ, ਗੋ ਮੈਨੇ ਜਾਣਾ, ਗੋ ਬੈਕ ਵਾਪਸ ਜਾਣਾ, ਕਿੱਥੇ? ਟੂ ਹਿਜ਼ ਓਨ ਕੰਟਰੀ, ਆਪਣੇ ਦੇਸ਼ ਵਿੱਚ ਵਾਪਸ ਜਾਂਦਾ। ਕਿੰਨੀ ਵਾਰੀ? ਸਾਲ 'ਚ ਇੱਕ ਵਾਰੀ, ਠੀਕ ਹੈ। ਹੀ ਵੁੱਡ ਫਸਟ ਕਲੈਕਟ ਆਲ ਦਾ ਮਨੀ ਦੈਟ ਪੀਪਲ ਓਡ ਹਿਮ। ਹੁਣ ਬੱਚੋ ਉਹ ਇਹ ਵਰਡ ਹੈਗਾ OWEO, ਓਡ ਮੈਨੇ ਸੈਕਿੰਡ ਫਾਰਮ, ਉਹ ਹੁੰਦਾ ਬੱਚਿਓ ਪੈਸੇ ਦੇਣੇ, ਕਿਸੇ ਦਾ ਅਹਿਸਾਨਮੰਦ ਹੋਣਾ। ਜਿੱਦਾਂ ਮੈਂ ਕਹਾਂ ਜੇ I owe you 100 rupees, I owe you 100 rupees, ਇਹਦਾ ਮਤਲਬ ਮੈਂ ਤੇਰੇ 100 ਰੁਪਏ ਦੇਣੇ ਹਨ, ਠੀਕ ਹੈ। ਤੇ ਜੇ ਕਹਿਣਾ ਹੋਵੇ ਤੂੰ ਮੇਰੇ 100 ਰੁਪਏ ਦੇਣੇ ਹਨ, ਫਿਰ ਕਿੱਦਾਂ ਕਹਾਂਗੇ? You owe me 100 rupees, ਤੂੰ ਮੇਰੇ 100 ਰੁਪਏ ਦੇਣੇ ਹਨ। ਸੋ ਇਹ ਗੱਲ ਨੂੰ ਬੜੇ ਧਿਆਨ ਨਾਲ ਸਿੱਖਣਾ ਬੱਚਿਓ। ਇਹ ਸ਼ਬਦ
ਵਰਤਨ 'ਚ ਬੜੀਆਂ ਗਲਤੀਆਂ ਹੁੰਦੀਆਂ। ਮਤਲਬ ਜਿਹੜਾ ਬੰਦਾ ਉਹ ਕਰਦਾ ਹੈ ਉਹਨੇ ਪੈਸੇ ਦੇਣੇ ਨੇ, ਅਰਥਾਤ ਦੈਟ ਪੀਪਲ ਓਡ ਹਿਮ। ਹੁਣ ਜਦੋਂ ਸਮਾਨ ਦੇ ਦਿੰਦਾ ਹੋਣਾ ਤੇ ਬੰਦੇ ਉਧਾਰ ਤੇ ਕਰਦੇ ਹੀ ਨੇ, ਉਹ ਕਹਿਣਾ ਠੀਕ ਹੈ ਤੂੰ ਦੇਸ਼ ਜਾਣਾ ਆਪਣੇ, ਹਾਲੇ ਥੋੜ੍ਹੀ ਜਿਹੇ ਤੈਨੂੰ ਪੈਸੇ ਚਾਹੀਦੇ ਨੇ, ਜਿਲੇ ਤੂੰ ਜਾਏਗਾ ਉਹਲੇ ਸਾਡੇ ਕੋਲ ਪੈਸੇ ਲੈ ਲਈ। ਤੇ ਹੀ ਵੁੱਡ ਫਸਟ, ਉਹ ਪਹਿਲਾਂ ਕਲੈਕਟ ਇਕੱਠੇ ਕਰਦਾ ਆਲ ਦਾ ਮਨੀ, ਸਾਰਾ ਪੈਸਾ, ਦੈਟ ਪੀਪਲ ਓਡ ਹਿਮ, ਜਿਹੜੇ ਲੋਕਾਂ ਵੱਲ ਉਹਨੂੰ ਦੇਣੇ ਬਣਦੇ ਸੀ, ਅਰਥਾਤ ਜਿਹੜਾ ਬਕਾਇਆ ਸੀ ਲੋਕਾਂ ਵੱਲ, ਠੀਕ ਹੈ ਨਾ, ਉਹ ਬਕਾਇਆ ਬਣਦਾ ਸੀ ਲੋਕਾਂ ਵੱਲ ਉਹਨੂੰ ਦੇਣਾ। ਪਹਿਲੇ ਉਹ ਸਾਰਾ ਇਕੱਠਾ ਕਰਦਾ, ਹੀ ਵੁੱਡ ਫਸਟ ਕਲੈਕਟ, ਇਕੱਠਾ ਕਰਦਾ ਆਲ ਦਾ ਮਨੀ ਦੈਟ ਪੀਪਲ ਓਡ ਹਿਮ, ਜਿਹੜੇ ਪੈਸੇ ਲੋਕਾਂ ਨੇ ਉਹਨੂੰ ਦੇਣੇ ਹੁੰਦੇ ਸੀ, ਲੋਕਾਂ ਕੋਲੋਂ ਬਕਾਇਆ ਇਕੱਠਾ ਕਰਦਾ, ਬਿਫੋਰ ਹੀ ਲੈਫਟ, ਜਾਣ ਤੋਂ ਪਹਿਲੇ। ਕਿੱਥੇ ਲੈਫਟ ਕਰਦਾ ਸੀ, ਕਿੱਥੇ ਲੀਵ ਕਰਦਾ ਸੀ, ਇੱਧਰੋਂ ਦੀ ਜਿੱਥੇ ਆਪਣਾ ਆਇਆ ਸੀ ਇਸ ਦੇਸ਼ ਵਿੱਚ, ਇੱਥੋਂ ਦੀ ਆਪਣੇ ਦੇਸ਼ ਜਾਣ ਲੱਗੇ ਪੈਸੇ ਇਕੱਠੇ ਕਰਕੇ ਜਾਂਦਾ ਸੀ, ਠੀਕ ਹੈ। ਬਟ ਪਰ ਆਲ ਦੋ, ਹਾਲਾਂਕਿ ਹੀ ਵਾਜ਼ ਬਿਜ਼ੀ, ਪਰ ਹਾਲਾਂਕਿ ਉਹ ਰੁੱਝਿਆ ਹੁੰਦਾ, ਕਿਉਂਕਿ ਹੁਣ ਪੈਸੇ ਇਕੱਠੇ ਕਰਨੇ ਨੇ ਤੇ ਉਹਨੇ ਸੋਚਿਆ ਹੋਣਾ ਕਿ ਮੈਂ ਇੰਨੀ ਤਰੀਕ ਨੂੰ ਵਾਪਸ ਜਾਣਾ ਤੇ ਉਹ ਤੋਂ ਪਹਿਲੇ ਪਹਿਲੇ ਸਾਰੇ ਪੈਸੇ ਇਕੱਠੇ ਕਰਨੇ ਨੇ, ਤੇ ਉਹ ਬੜਾ ਰੁੱਝਿਆ ਹੁੰਦਾ ਸੀ, ਸਮਾਂ ਨਹੀਂ ਹੁੰਦਾ ਸੀਗਾ। ਪਰ ਉਹਦੀ ਮਿੰਨੀ ਨਾਲ ਦੋਸਤੀ ਇੰਨੀ ਸੀ ਕਿ ਰਹਿਮਾਨ ਆਲਵੇਜ਼ ਫਾਊਂਡ ਟਾਈਮ ਟੂ ਵਿਜ਼ਿਟ ਲਿਟਲ ਮਿੰਨੀ, ਉਹ ਛੋਟੀ ਮਿੰਨੀ ਨੂੰ ਮਿਲਣ ਦਾ ਸਮਾਂ ਕੱਢ ਲੈਂਦਾ ਸੀ, ਭਾਵੇਂ ਉਹ ਬੜਾ ਰੁੱਝਿਆ ਹੁੰਦਾ ਸੀਗਾ ਪਰ ਉਹ ਮਿੰਨੀ ਨੂੰ ਮਿਲਣ ਜ਼ਰੂਰ ਆਉਂਦਾ ਸੀ, ਠੀਕ ਹੈ। ਆਓਗੇ ਦੇਖੀਏ। ਵਨ ਡੇ, ਇੱਕ ਦਿਨ, देयर वॉज अ लॉट ऑफ नॉइज इन द स्ट्रीट, स्ट्रीट मैंने गली, नॉइज मैंने रौला, अ लॉट ऑफ नॉइज बहुत ज़्यादा रौला। एक दिन गली च बहुत रौला सी, काहदा रौला सी, रहमान हैड स्टैब्ड, स्टैब मैंने होंदा चाकू मारना, स्टैब्ड मैंने चाकू मारता, रहमान हैड स्टैब्ड चाकू मार दिता सी, किहनू, एक आदमी नू, रहमान हैड स्टैब्ड आ मैन, एक आदमी नू चाकू मार दिता सी, हू ओड हिम मनी, ਜਿਹੜੇ ਆਦਮੀ ਨੇ, ਦੇਖੋ ਓਡ ਹਿਮ ਮਨੀ, ਜਿਹਨੇ ਰਹਿਮਾਨ ਨੂੰ ਪੈਸੇ ਦੇਣੇ ਸੀ, ਜਿਹਨੇ ਬਕਾਇਆ ਦੇਣਾ ਸੀ, ਉਹਨੇ ਨਹੀਂ ਦਿੱਤਾ ਹੋਣਾ, ਕੋਈ ਤੂੰ ਮੈਂ ਹੋਈ ਨਹੀਂ, ਉਹਨੇ ਉਹਨੂੰ ਚਾਕੂ ਮਾਰਤਾ। ਫॉर ਦੀ ਕ੍ਰਾਈਮ, ਕ੍ਰਾਈਮ ਮੈਨੇ ਹੁੰਦਾ ਬੱਚੋ ਗੁਨਾਹ, ਅਪਰਾਧ, ਜੁਰਮ, ਫॉर ਦੀ ਕ੍ਰਾਈਮ, ਇਸ ਜੁਰਮ ਲਈ, ਹੀ ਵਾਜ਼ ਸੈਂਟ ਟੂ ਪ੍ਰਿਜ਼ਨ, ਸੈਂਡ ਮੈਨੇ ਭੇਜਣਾ, ਵਾਜ਼ ਸੈਂਟ ਮੈਨੇ ਭੇਜਿਆ ਗਿਆ, ਪ੍ਰਿਜ਼ਨ ਮੈਨੇ ਹੁੰਦਾ ਜੇਲ੍ਹ, ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਇਸ ਜੁਰਮ ਲਈ। ਹੁਣ ਜੇਲ੍ਹ ਹੋ ਗਈ ਉਹਨੂੰ 10 ਸਾਲ 15 ਸਾਲ 14 ਸਾਲ ਜਿੰਨੇ ਵੀ ਹੈ ਨਾ। ਟਾਈਮ ਪਾਸਟ, ਸਮਾਂ ਬੀਤਿਆ, ਐਂਡ ਮਿੰਨੀ, ਅਤੇ ਜਿਹੜੀ ਮਿੰਨੀ ਕੁੜੀ ਸੀ ਛੋਟੀ, ਸੂਨ ਛੇਤੀ ਹੀ, ਫॉरगॉट ਭੁੱਲ ਗਈ, ਫॉरगेट ਮੈਨੇ ਭੁੱਲਣਾ, फॉरगॉट मैंने भुल गई, पास्ट टेंस भूतकाल, हर अपने, ओल्ड फ्रेंड पुराने दोस्त नू, दी काबली वाला भुल गई, छोटी सी बेचारी 5 साल दी, वो जेल चला गया, फिर गल आई गई हो गई, टाइम पास समा बीतिया ते मिन्नी छेती ही अपने पुराने मित्र काबुली वाले नू भुल गई। आगे चलिए हुण, बड़ी वधिया कहानी है बच्चों। शी वॉज ग्रोइंग अप इंटू अ वैरी प्रैटी वूमन, ਉਹ ਹੁਣ ਇੱਕ ਸੋਹਣੀ ਮੁਟਿਆਰ ਦੇ ਰੂਪ 'ਚ ਵੱਡੀ ਹੋ ਰਹੀ ਸੀ, ਹੁਣ ਛੋਟੀ ਤੇ ਰਹੀ ਨਹੀਂ, ਵੱਡੀ ਹੋ ਰਹੀ ਸੀਗੀ, ਠੀਕ ਹੈ ਨਾ। ਹਰ ਫਾਦਰ, ਉਹਦੇ ਪਿਤਾ ਜੀ ਨੇ, ਮੇਡ ਅਰੇਂਜਮੈਂਟਸ, ਬੰਦੋਬਸਤ ਕੀਤਾ, ਮੇਕ ਅਰੇਂਜਮੈਂਟ ਹੁੰਦਾ ਹੈ ਬੰਦੋਬਸਤ ਕਰਨਾ ਜਾਂ ਇੰਤਜ਼ਾਮ ਕਰਨਾ, ਸੋ ਮੇਡ ਅਰੇਂਜਮੈਂਟਸ, ਬੰਦੋਬਸਤ ਕੀਤਾ, ਇੰਤਜ਼ਾਮ ਕੀਤਾ, ਕਾਹਦੇ ਲਈ, ਫॉर ਮਿੰਨੀਜ਼ ਵੈਡਿੰਗ, ਮਿੰਨੀ ਦੇ ਵਿਆਹ ਲਈ। ਹੁਣ ਵੱਡੀ ਹੋ ਗਈ ਸੀਗੀ ਹੈ ਨਾ, ਮੰਨ ਲਓ ਦੇਖੋ 5 ਸਾਲ ਦੀ ਸੀਗੀ ਤੇ ਉਹਨੂੰ ਜੇ 15 ਸਾਲ ਦੀ ਵੀ ਜੇਲ੍ਹ ਹੋ ਗਈ ਹੋਵੇ, 15-20 ਸਾਲ ਦੀ, ਤੇ 5 ਜਮਾ 15-20, 21-22 ਸਾਲ ਦੀ ਹੋਈ ਹੋਣੀ ਕੁੜੀ ਉਸ ਲਈ ਉਹ, ਠੀਕ ਹੈ। ਸੋ ਹਰ ਫਾਦਰ ਮੇਡ ਅਰੇਂਜਮੈਂਟਸ ਫॉर ਮਿੰਨੀਜ਼ ਵੈਡਿੰਗ, ਉਹਦੇ ਪਿਤਾ ਜੀ ਨੇ ਮਿੰਨੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ, ਇੰਤਜ਼ਾਮ ਕੀਤਾ। ਮਿੰਨੀ ਵਾਜ਼ ਗੈਟਿੰਗ ਮੈਰਿਡ ਦੈਟ ਨਾਈਟ, ਹੁਣ ਉਹ ਇੱਕ ਉਸ ਦਿਨ ਦੀ ਗੱਲ ਕਰ ਰਹੇ ਨੇ, ਕਹਿੰਦੇ ਮਿੰਨੀ ਨੇ ਉਸੀ ਰਾਤ ਵਿਆਹੀ ਜਾ ਰਹੀ ਸੀ, ਮਿੰਨੀ ਵਾਜ਼ ਗੈਟਿੰਗ ਮੈਰਿਡ ਦੈਟ ਨਾਈਟ, ਉਸ ਰਾਤ, ਕਦੋਂ, ਐਜ਼ ਹਰ ਫਾਦਰ ਸੈਟ ਇਨ ਹਿਜ਼ ਸਟੱਡੀ, ਜਦੋਂ ਉਸਦੇ ਪਿਤਾ ਆਪਣੇ ਕਮਰੇ 'ਚ ਬੈਠੇ ਹੋਏ ਸੀ। ਮੈਂ ਇੱਥੇ ਪੜ੍ਹਨ ਵਾਲੇ ਕਮਰੇ 'ਚ ਨਹੀਂ ਲਿਖਿਆ ਕਿਉਂਕਿ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਾ, ਸਟੱਡੀ ਦਾ ਮਤਲਬ ਹੁੰਦਾ ਕਮਰਾ, ਪਰ ਉਹ ਖਾਸ ਕਮਰਾ ਜਿੱਥੇ ਬੈਠ ਕੇ ਅਸੀਂ ਪੜ੍ਹਨ ਲਿਖਣ ਦਾ ਕੰਮ ਕਰਦੇ ਹਾਂ, ਠੀਕ ਹੈ। ਐਜ਼ ਹਰ ਫਾਦਰ ਸੈਟ ਇਨ ਹਿਜ਼ ਸਟੱਡੀ, ਜਦੋਂ ਉਸਦੇ ਪਿਤਾ ਆਪਣੇ ਕਮਰੇ 'ਚ ਬੈਠੇ ਹੋਏ ਸੀ, ਅ ਮੈਨ ਕੇਮ ਅਪ, ਇੱਕ ਆਦਮੀ ਸਾਹਮਣੇ ਆਇਆ, ਐਂਡ ਅਤੇ
ਸੈਲਿਊਟਿਡ ਹਿਮ ਰਿਸਪੈਕਟਫੁਲੀ। ਰਿਸਪੈਕਟ ਹੁੰਦੀ ਹੈ ਇੱਜ਼ਤ, ਰਿਸਪੈਕਟਫੁਲੀ ਹੁੰਦੀ ਹੈ ਸਤਿਕਾਰਯੋਗ, ਰਿਸਪੈਕਟਫੁਲੀ ਸਤਿਕਾਰ ਦੇ ਨਾਲ। ਸੈਲਿਊਟ ਮੈਨੇ ਸਲਾਮ ਕੀਤਾ ਅਤੇ ਬੜੇ ਸਤਿਕਾਰ ਦੇ ਨਾਲ ਆ ਕੇ ਸਲਾਮ ਕੀਤਾ, ਨਮਸਕਾਰ ਕੀਤੀ। ਹੁਣ ਜਦੋਂ ਆਇਆ ਇਹਦੇ ਉਸੀ ਰਾਤ ਮਿੰਨੀ ਵਿਆਹੀ ਜਾ ਰਹੀ ਸੀ। ਜਿਸ ਰਾਤ ਵਿਆਹੀ ਜਾ ਰਹੀ ਸੀ ਉਸ ਵੇਲੇ ਉਹਦੇ ਪਿਤਾ ਆਪਣੇ ਕਮਰੇ 'ਚ ਬੈਠੇ ਹੋਏ ਸੀ ਤੇ ਇੱਕ ਆਦਮੀ ਸਾਹਮਣੇ ਆਇਆ ਤੇ ਬੜੇ ਸਤਿਕਾਰ ਦੇ ਨਾਲ ਸਲਾਮ ਕੀਤਾ। ਅੱਗੇ ਚਲੀਏ। ਐਟ ਫਸਟ, ਪਹਿਲਾਂ, ਹੀ ਡਿਡ ਨਾਟ ਰੈਕੋਗਨਾਈਜ਼ ਹਿਮ। ਰੈਕੋਗਨਾਈਜ਼ ਹੁੰਦਾ ਹੈ ਪਛਾਣਨਾ। ਡਿਡ ਮੈਨੇ ਭੂਤਕਾਲ, ਡਿਡ ਨਾਟ ਰੈਕੋਗਨਾਈਜ਼ ਨਹੀਂ ਪਛਾਣਿਆ। ਪਹਿਲਾਂ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ। ਕਿਹਨੇ ਨਹੀਂ ਪਛਾਣਿਆ? ਉਹਦੇ ਪਿਤਾ ਜੀ ਨੇ, ਮਿੰਨੀ ਦੇ ਪਿਤਾ ਜੀ ਨੇ ਉਹ ਬੰਦਾ ਜਿਹੜਾ ਸਾਹਮਣੇ ਆਇਆ ਅਤੇ ਸਤਿਕਾਰ ਨਾਲ ਸਲਾਮ ਕੀਤਾ ਉਹਨੂੰ ਨਹੀਂ ਪਛਾਣਿਆ। ਸੂਨ ਹੀ ਰਿਅਲਾਈਜ਼ਡ, ਉਹਨਾਂ ਨੇ ਛੇਤੀ ਹੀ ਮਹਿਸੂਸ ਕੀਤਾ। ਪਰ ਯਾਦ ਆ ਗਿਆ ਜਦੋਂ ਬੰਦਾ ਪਹਿਲੀ ਨਜ਼ਰੇ ਦੇਖਦਾ ਬੜੇ ਚਿਰਾਂ ਬਾਅਦ ਤੇ ਪਛਾਣ ਨਹੀਂ ਹੁੰਦੀ, ਫਿਰ ਬੰਦਾ ਅਚਾਨਕ ਹੀ ਕਹਿੰਦਾ ਹਾਂ ਇਹ ਤੇ ਉਹ ਬੰਦਾ ਹੈਗਾ। ਸੂਨ ਹੀ ਰਿਅਲਾਈਜ਼, ਉਹਨਾਂ ਨੇ ਛੇਤੀ ਹੀ ਮਹਿਸੂਸ ਕੀਤਾ। ਇਟ ਵਾਜ਼ ਓਲਡ ਰਹਿਮਾਨ, ਇਹ ਤੇ ਉਹੀ ਪੁਰਾਣਾ ਰਹਿਮਾਨ ਸੀ। ਦੀ ਕਾਬਲੀ ਵਾਲਾ, ਉਹ ਕਾਬਲੀ ਵਾਲਾ ਰਹਿਮਾਨ ਸੀ। ਮਿੰਨੀਜ਼ ਫਾਦਰ, ਮਿੰਨੀ ਦੇ ਪਿਤਾ ਜੀ ਨੇ ਟੋਲਡ ਹਿਮ, ਟੈਲ ਮੈਨੇ ਦੱਸਣਾ ਜਾਂ ਕਹਿਣਾ, ਟੋਲਡ ਮੈਨੇ ਦੱਸਿਆ, ਟੋਲਡ ਹਿਮ ਉਹਨੂੰ ਕਿਹਾ। ਦੇਅਰ ਵਰ ਸੈਰੀਮਨੀਜ਼ ਗੋਇੰਗ ਔਨ। ਸੈਰੀਮਨੀ ਹੁੰਦਾ ਬੱਚਿਓ ਰਸਮ ਰਿਵਾਜ, ਹੈ ਨਾ। ਅਤੇ ਸੈਰੀਮਨੀ ਜਿਹੜੇ ਅਸੀਂ ਇਕੱਠਾ ਕਰਦੇ ਹਾਂ ਵੀ ਘਰ ਵਿੱਚ ਕੋਈ ਸਮਾਰੋਹ ਹੋਵੇ, ਪ੍ਰੋਗਰਾਮ ਚੱਲ ਰਿਹਾ ਹੋਵੇ ਜਾਂ ਸਮਾਗਮ ਚੱਲ ਰਿਹਾ ਹੋਵੇ। ਅਤੇ ਕਿਹੜਾ ਸਮਾਗਮ ਸੀ? ਉਹਦਾ ਵਿਆਹ ਹੋ ਰਿਹਾ ਸੀਗਾ, ਚਹਿਲ ਪਹਿਲ ਸੀ। ਹੁਣ ਉਹ ਤੇ ਇੱਕ ਬਾਹਰਲਾ ਬੰਦਾ ਹੀ ਸੀ, ਉਹਦੀ ਦੋਸਤੀ ਹੋ ਗਈ ਸੀ ਛੋਟੀ ਬੱਚੀ ਨਾਲ, ਹੈ ਨਾ। ਮਿੰਨੀਜ਼ ਫਾਦਰ ਟੋਲਡ ਹਿਮ, ਮਿੰਨੀ ਦੇ ਪਿਤਾ ਨੇ ਉਹਨੂੰ ਕਿਹਾ ਵੀ ਘਰ ਵਿੱਚ ਸਮਾਗਮ ਚੱਲ ਰਿਹਾ ਹੈ। ਐਂਡ ਦੈਟ, ਅਤੇ ਹੀ ਸ਼ੁੱਡ ਕਮ ਔਨ ਅਨਦਰ ਡੇ, ਅਤੇ ਉਸਨੂੰ ਕਿਸੇ ਹੋਰ ਦਿਨ ਆਉਣਾ ਚਾਹੀਦਾ ਹੈ। ਠੀਕ ਹੈ। ਫਿਰ ਹੀ ਵਾਜ਼ ਅਬਾਊਟ ਟੂ ਲੀਵ, ਲੀਵ ਮੈਨੇ ਜਾਣਾ, ਪ੍ਰਸਥਾਨ ਕਰਨਾ। ਅਬਾਊਟ ਟੂ ਲੀਵ ਮੈਨੇ ਜਾਣ ਹੀ ਲੱਗਾ ਸੀ। ਹੀ ਵਾਜ਼ ਅਬਾਊਟ ਟੂ ਲੀਵ, ਉਹ ਜਾਣ ਹੀ ਲੱਗਾ ਸੀ। ਵੈਨ ਹੀ ਟਰਨਡ ਅਰਾਊਂਡ, ਹੁਣ ਜਿੱਦਾਂ ਬੰਦਾ ਮਤਲਬ ਕਿ ਮੈਂ ਸਾਹਮਣੇ ਆ, ਫਿਰ ਉਹਨੇ ਕਿਹਾ ਜੀ ਕੱਲ੍ਹ ਫੇਰ ਕਦੀ ਆਇਓ, ਘਰ 'ਚ ਪ੍ਰੋਗਰਾਮ ਚੱਲ ਰਿਹਾ ਅਤੇ ਮੈਂ ਮੁੜ ਗਿਆ। ਜਾਣ ਲੱਗਾ ਸੀ ਅਤੇ ਫਿਰ ਵਾਪਸ ਮੁੜਿਆ। ਟਰਨ ਅਰਾਊਂਡ ਮੈਨੇ ਉਹਨੇ ਮੂੰਹ ਫਿਰ ਇੱਧਰ ਨੂੰ ਮੋੜਿਆ ਵਾਪਸ ਉਹਦੇ ਵੱਲ ਹੀ, ਉਹਦੇ ਪਿਤਾ ਜੀ ਵੱਲ। ਵੈਨ ਹੀ ਟਰਨਡ ਅਰਾਊਂਡ, ਹਾਲੇ ਉਹ ਜਾਣ ਹੀ ਲੱਗਾ ਸੀ, ਮੁੜੇ ਸੀ ਕਿ ਫਿਰ ਵਾਪਸ ਮੁੜਿਆ। ਜਦੋਂ ਮੁੜਿਆ ਟਰਨ ਅਰਾਊਂਡ, ਵਾਪਸ ਮੁੜਿਆ। ਐਂਡ ਸੈਡ, ਅਤੇ ਕਿਹਾ, ਮੇ ਆਈ ਸੀ ਦੀ ਲਿਟਲ ਵਨ ਸਰ, ਕੀ ਮੈਂ ਉਹ ਛੁਟਕੀ ਨੂੰ ਅਰਥਾਤ ਮਿੰਨੀ ਨੂੰ ਜਨਾਬ ਮਿਲ ਸਕਦਾ ਹਾਂ? ਮੇ ਆਈ ਸੀ, ਕੀ ਮੈਂ ਉਸ ਛੋਟੀ ਨੂੰ ਮਿੰਨੀ ਨੂੰ ਜਨਾਬ ਮਿਲ ਸਕਦਾ ਹਾਂ? ਹੀ ਸਟਿਲ ਥਾਟ ਆਫ ਮਿੰਨੀ ਐਜ਼ ਅ ਲਿਟਲ ਗਰਲ ਰਨਿੰਗ ਟੂ ਹਿਮ ਐਂਡ ਕਾਲਿੰਗ, ਕਾਬਲੀ ਵਾਲਾ, ਉਹ ਕਾਬਲੀ ਵਾਲਾ। ਉਹ ਮਿੰਨੀ ਨੂੰ ਹਾਲੇ ਵੀ ਉਹਦੇ ਵੱਲ ਭੱਜਦੀ ਅਤੇ ਕਾਬਲੀ ਵਾਲਾ ਪੁਕਾਰਦੀ ਇੱਕ ਛੋਟੀ ਕੁੜੀ ਹੀ ਸਮਝ ਰਿਹਾ ਸੀ, ਕਿਉਂਕਿ ਉਹਦਾ ਲਿੰਕ ਤੇ ਸਮਾਜ ਨਾਲ ਟੁੱਟ ਚੁੱਕਾ ਸੀ, ਜੇਲ੍ਹ 'ਚ ਸੀਗਾ ਉਹ। ਪਰ ਹਾਲੇ ਵਿੱਚ ਵੀ ਉਹਦੇ ਮਨ 'ਚ ਉਹੀ ਗੱਲ ਬੈਠੀ ਹੋਈ ਸੀ। ਹੀ ਸਟਿਲ ਥਾਟ, ਹਾਲੇ ਵੀ, ਥਿੰਕ ਮੈਨੇ ਸੋਚਣਾ, ਥਾਟ ਮੈਨੇ ਸੋਚਿਆ, ਹਾਲੇ ਵੀ ਇਹ ਵਿਚਾਰ ਉਹਨੇ ਬਣਾਈ ਹੋਈ ਸੀ। ਕਾਹਦੀ? ਕਿ ਮਿੰਨੀ ਇੱਕ ਛੋਟੀ ਜਿਹੀ ਕੁੜੀ ਹੈ, ਉਹ ਭੱਜਦੀ ਭੱਜਦੀ ਕਾਬਲੀ ਵਾਲਾ ਬੋਲਦੀ ਉਹਦੇ ਕੋਲ ਆਏਗੀ। ਹਾਲੇ ਵੀ ਉਹਦੀ ਸੋਚੀ ਜਾ ਰਿਹਾ ਸੀ। ਹੀ ਥਾਟ, ਉਹਨੇ ਸੋਚਿਆ, ਦੇ ਵੁੱਡ ਟਾਕ ਐਂਡ ਲਾਫ, ਉਹਨੇ ਸੋਚਿਆ ਕਿ ਉਹ ਤੇ ਗੱਲਾਂ ਕਰਨਗੇ ਅਤੇ ਹੱਸਾਂਗੇ। ਉਹਨੇ ਸੋਚਿਆ ਕਿ ਉਹ ਗੱਲਾਂ ਕਰਨਗੇ ਅਤੇ ਹੱਸਣਗੇ। ਐਜ਼ ਦੇ ਹੈਡ ਡਨ ਲੌਂਗ ਐਗੋ, ਜਿਵੇਂ ਉਹ ਬਹੁਤ ਪਹਿਲਾਂ ਕਰਦੇ ਸੀ, ਜਿਵੇਂ ਉਹ ਜੇਲ੍ਹ ਤੋਂ ਜਾਣ ਤੋਂ ਪਹਿਲੇ ਬੈਠ ਕੇ ਗੱਲਾਂ ਕਰਦੇ ਸੀ, ਹੱਸਦੇ ਸੀ। ਉਹਨੇ ਸੋਚਿਆ ਹੁਣ ਵੀ ਉੱਦਾਂ ਹੀ ਬੈਠਾਂਗੇ, ਗੱਲਾਂ ਕਰਾਂਗੇ ਅਤੇ ਹੱਸਾਂਗੇ। ਮਿੰਨੀਜ਼ ਫਾਦਰ ਟੋਲਡ ਹਿਮ ਵੰਸ ਮੋਰ, ਮਿੰਨੀ ਦੇ ਪਿਤਾ ਨੇ ਉਹਨੂੰ ਕਿਹਾ ਵੰਸ ਮੋਰ, ਇੱਕ ਵਾਰ ਹੋਰ, ਇੱਕ ਵਾਰੀ ਫਿਰ ਕਿਹਾ। ਮਿੰਨੀ ਦੇ ਪਿਤਾ ਨੇ ਉਹਨੂੰ ਇੱਕ ਵਾਰੀ ਫਿਰ ਕਿਹਾ ਦੈਟ ਦੇਅਰ ਵਰ ਸੈਰੀਮਨੀਜ਼, ਕਿ ਸਮਾਗਮ ਚੱਲ ਰਿਹਾ ਹੈ, ਘਰ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਹੈ, ਪ੍ਰਾਹੁਣੇ ਆਏ ਹੋਏ ਨੇ। ਦੀ ਕਾਬਲੀ ਵਾਲਾ ਦੈਨ, ਫਿਰ ਕਾਬਲੀ ਵਾਲੇ ਨੇ, ਗੇਵ ਹਿਮ, ਉਹਨੂੰ ਦਿੱਤਾ, ਆ ਸਮੌਲ ਪੈਕਟ, ਇੱਕ ਪੈਕਟ ਛੋਟਾ, ਕਿਹਦਾ? ਡਰਾਈਡ ਰੇਜ਼ਿਨਸ, ਸੁੱਕੀਆਂ ਸੌਗੀਆਂ, ਨਟਸ ਮੇਵੇ ਐਂਡ ਆਲਮੰਡਸ, ਬਦਾਮ, ਇੱਕ ਛੋਟਾ ਪੈਕਟ ਸੌਗੀਆਂ, ਮੇਵੇ ਅਤੇ ਬਦਾਮਾਂ ਦਾ ਦਿੱਤਾ। ਕਿਹਦੇ ਲਈ? ਫॉर ਮਿੰਨੀ, ਮਿੰਨੀ ਲਈ। ਐਂਡ ਸੈਡ, ਅਤੇ ਕਿਹਾ, ਗਿਵ ਦੀਸ ਟੂ ਦਾ ਲਿਟਲ ਵਨ,
ਇਹ ਉਸ ਛੁਟਕੀ ਨੂੰ ਮਿੰਨੀ ਨੂੰ ਲਿਟਲ ਵਨ ਕਹਿ ਰਿਹਾ ਹੈ। ਮਤਲਬ ਉਹ ਨਾਂ ਤੇ ਅੰਡਰਸਟੂਡ ਹੀ ਹੈਗਾ, ਪਤਾ ਹੈ ਉਹਨਾਂ ਨੂੰ ਵੀ ਉਹ ਕਿਹਦੀ ਗੱਲ ਕਰ ਰਿਹਾ। ਇਹ ਉਸ ਛੋਟੀ ਨੂੰ ਦੇ ਦਿਓ। ਉਹਨੂੰ ਉਹਨੇ ਪੈਕਟ ਦਿੱਤਾ। ਪੈਕਟ ਵਿੱਚ ਕੀ ਸੀ? ਸੌਗੀਆਂ ਸੀ, ਮੇਵੇ ਸੀ, ਬਦਾਮ ਸੀ। ਫਿਰ ਕਹਿੰਦਾ ਆਈ ਟੂ ਹੈਵ ਅ ਲਿਟਲ ਵਨ ਲਾਈਕ ਹਰ। ਮੇਰੇ ਵੀ ਉਹਦੇ ਵਰਗੀ ਹੀ ਇੱਕ ਛੋਟੀ ਧੀ ਹੈ। ਲਿਟਲ ਵਨ ਮੈਨੇ ਮੇਰੇ ਵੀ ਇੱਕ ਛੋਟੀ ਹੈ, ਉਹ ਅੰਡਰਸਟੂਡ ਹੈ ਕਿ ਧੀ ਹੈ ਉਹਦੀ, ਹੈ ਨਾ। ਐਂਡ ਆਈ ਥਿੰਕ ਆਫ ਹਰ, ਅਤੇ ਮੈਂ ਵੀ ਉਹਦੇ ਬਾਰੇ ਸੋਚਦਾ ਹਾਂ। ਮੇਰੀ ਵੀ ਇੱਕ ਛੋਟੀ ਧੀ ਹੈ ਅਤੇ ਮੈਂ ਉਸਦੇ ਬਾਰੇ ਸੋਚਦਾ ਹਾਂ। ਐਂਡ ਬ੍ਰਿੰਗ ਯੂ ਦਿਸ ਫਰੂਟ, ਅਤੇ ਉਹਦੇ ਬਾਰੇ ਸੋਚਦੇ ਹੋਏ ਤੇ ਮੈਂ ਇਹ ਤੁਹਾਡੇ ਲਈ ਇਹ ਲੈ ਕੇ ਆਇਆ ਕਿ ਤੁਸੀਂ ਉਹਨੂੰ ਇਹ ਦੇ ਦੇਵੋ। ਠੀਕ ਹੈ, ਅੱਗੇ ਚਲੀਏ। ਮਿੰਨੀਜ਼ ਫਾਦਰ ਕੁਡ ਨਾਟ ਕੰਟਰੋਲ ਹਿਜ਼ ਟੀਅਰਸ। ਟੀਅਰ ਮੈਨੇ ਹੁੰਦੇ ਬੱਚੇ ਹੰਝੂ, ਕੰਟਰੋਲ ਮੈਨੇ ਕਾਬੂ ਕਰਨਾ। ਮਿੰਨੀ ਦੇ ਪਿਤਾ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ। ਉਹਦੇ ਹੰਝੂ ਆ ਗਏ ਬਾਹਰ, ਜਜ਼ਬਾਤੀ ਹੋ ਗਿਆ ਮਿੰਨੀ ਦੇ ਫਾਦਰ। ਹੀ ਰੀਅਲਾਈਜ਼ਡ, ਉਹਨੇ ਮਹਿਸੂਸ ਕੀਤਾ, ਦੈਟ ਦੀ ਪੂਅਰ ਕਾਬੁਲੀ ਵਾਲਾ, ਕਿ ਗਰੀਬ ਕਾਬੁਲੀ ਵਾਲਾ ਵਾਜ਼ ਆਲਸੋ ਅ ਫਾਦਰ। ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਗਰੀਬ ਕਾਬੁਲੀ ਵਾਲਾ ਇੱਕ ਪਿਤਾ ਵੀ ਸੀ, ਉਹ ਵੀ ਇੱਕ ਪਿਤਾ ਹੈ। ਠੀਕ ਹੈ। ਹੀ ਕਾਲਡ ਮਿੰਨੀ, ਫਿਰ ਉਹਨਾਂ ਨੇ ਮਿੰਨੀ ਨੂੰ ਬੁਲਾਇਆ। ਹੂ ਕੇਮ ਆਊਟ, ਜੋ ਬਾਹਰ ਆਈ। ਡਰੈਸਡ ਐਜ਼ ਅ ਬਰਾਈਡ, ਬਰਾਈਡ ਹੁੰਦੀ ਹੈ ਬੱਚਿਓ ਲਾੜੀ, ਜਿਹਨੇ ਲਾੜੀ ਵਾਲੇ ਕੱਪੜੇ ਪਾਏ ਹੋਏ ਸੀ। ਕਿਉਂਕਿ ਉਹਨੇ ਪਹਿਲੇ ਕਿਹਾ ਸਮਾਗਮ ਚੱਲ ਰਿਹਾ ਵੀ ਤੂੰ ਫੇਰ ਆਈ। ਫਿਰ ਉਹ ਜਾਣ ਲੱਗਾ, ਫਿਰ ਮੁੜ ਕੇ ਕਹਿੰਦਾ ਚਲੋ ਇਹ ਤੁਸੀਂ ਉਹਨੂੰ ਦੇ ਦਿਓ, ਹੈ ਨਾ। ਅਤੇ ਮੇਰੀ ਵੀ ਇੱਕ ਛੋਟੀ ਧੀ ਹੈਗੀ ਹੈ ਅਤੇ ਮੈਂ ਉਹਦੇ ਬਾਰੇ ਸੋਚਿਆ ਅਤੇ ਫਿਰ ਮੈਂ ਤੁਹਾਡੀ ਧੀ ਲਈ, ਉਹਦੇ ਮਿੰਨੀ ਲਈ ਇਹ ਲੈ ਕੇ ਆਇਆ। ਅਤੇ ਫਿਰ ਉਹਦੇ ਫਾਦਰ ਜਿਹੜੇ ਸੀਗੇ ਉਹ ਜਜ਼ਬਾਤੀ ਹੋ ਗਏ, ਹੰਝੂ ਆ ਗਏ, ਅਤੇ ਉਹਨਾਂ ਨੇ ਫਿਰ ਕਿਹਾ ਚਲੋ ਇਹਨੂੰ ਮਿੰਨੀ ਨਾਲ ਮਿਲਾ ਦਿੰਦੇ ਹਾਂ। ਸੋ ਹੀ ਕਾਲਡ ਮਿੰਨੀ, ਉਹਨੂੰ ਸੱਦਿਆ। ਹੂ ਕੇਮ ਆਊਟ, ਉਹ ਬਾਹਰ ਆਈ। ਡਰੈਸਡ ਐਜ਼ ਅ ਬਰਾਈਡ, ਜਿਹਨੇ ਉਸ ਵੇਲੇ ਲਾੜੀ ਵਾਲੇ, ਦੁਲਹਨ ਵਾਲੇ ਕੱਪੜੇ ਪਾਏ ਹੋਏ ਸੀ। The Kabuliwala was shocked to see that Minnie, the little girl he had known, had grown into a beautiful woman. ਕਾਬਲੀਵਾਲਾ ਮਿੰਨੀ ਨੂੰ ਦੇਖ ਕੇ ਦੰਗ ਰਹਿ ਗਿਆ, ਕਿਉਂਕਿ ਉਹ ਤੇ ਉਹਦੀ ਆਪਣੇ ਮਨ 'ਚ ਉਹ ਛੋਟੀ ਕੁੜੀ ਦੀ ਤਸਵੀਰ ਲੈ ਕੇ ਆਇਆ ਸੀ। ਸ਼ੌਕ ਮੈਨੇ ਹੁੰਦਾ ਬੌਂਦਲ ਜਾਣਾ, ਇੱਕੋਦਮ ਕੁਝ ਸੁਝਣਾ ਨਾ, ਹੈਰਾਨ ਪਰੇਸ਼ਾਨ ਹੋ ਜਾਣਾ। ਦੀ ਕਾਬਲੀਵਾਲਾ ਵਾਜ਼ ਸ਼ੌਕਡ ਟੂ ਸੀ ਦੈਟ, ਇਹ ਦੇਖ ਕੇ ਮਿੰਨੀ, ਦ ਲਿਟਲ ਗਰਲ ਹੀ ਹੈਡ ਨੋਨ, ਉਹ ਛੋਟੀ ਕੁੜੀ ਜਿਸ ਨੂੰ ਉਹ ਜਾਣਦਾ ਸੀ, ਹੈਡ ਗਰੋਨ, ਵੱਡੀ ਹੋ ਗਈ ਸੀ, ਇਨਟੂ ਅ ਬਿਊਟੀਫੁਲ ਵੂਮਨ, ਉਹ ਵੱਡੀ ਹੋ ਕੇ ਹੁਣ ਇੱਕ ਸੋਹਣੀ ਮੁਟਿਆਰ ਸੀ। ਹੀ ਸਡਨਲੀ ਰੀਅਲਾਈਜ਼ਡ, ਸਡਨਲੀ ਮੈਨੇ ਅਚਾਨਕ, ਰੀਅਲਾਈਜ਼ ਮੈਨੇ ਮਹਿਸੂਸ ਕੀਤਾ। ਕਾਬਲੀ ਵਾਲੇ ਨੂੰ ਅਚਾਨਕ ਮਹਿਸੂਸ ਹੋਇਆ, ਉਹਨੇ ਮਹਿਸੂਸ ਕੀਤਾ ਕਿ ਦੈਟ ਹਿਜ਼ ਓਨ ਡਾਟਰ ਵੁੱਡ ਹੈਵ ਗਰੋਨ ਅਪ ਟੂ, ਕਿ ਉਸਦੀ ਆਪਣੀ ਧੀ ਵੀ ਵੱਡੀ ਹੋ ਗਈ ਹੋਵੇਗੀ, ਕਿਉਂਕਿ ਉਹਦੇ ਜੇਲ੍ਹ 'ਚ ਸੀਗਾ, ਇੰਨੇ ਸਾਲ ਜੇਲ੍ਹ 'ਚ ਰਿਹਾ। ਅਤੇ ਹੁਣ ਜਿਹੜੇ ਆਇਆ ਬਾਹਰ ਛੁੱਟ ਕੇ, ਪਹਿਲੇ ਉਹਦੇ ਕੋਲ ਗਿਆ, ਜਿਹੜੇ ਉਹਨੇ ਆਪਣੀ ਕੁੜੀ ਨੂੰ, ਉਹਨੇ ਮਿੰਨੀ ਨੂੰ ਦੇਖਿਆ ਇੰਨੀ ਵੱਡੀ ਹੋ ਗਈ ਹੈ, ਅਤੇ ਪਿੱਛੇ ਉਹਦੀ ਕੁੜੀ ਵੀ, ਉਹ ਕਹਿੰਦਾ ਕਿ ਉਨੀ ਉਹਦੇ ਕੋਲ ਵੀ ਉਨੀ, ਉਹਦੇ ਲਾਗੇ ਛਾਗੇ ਉਨੀ ਵੱਡੀ ਕੁੜੀ ਸੀ। ਅਤੇ ਜਦੋਂ ਮਿੰਨੀ ਨੂੰ ਵੱਡੀ ਹੋਈ ਨੂੰ ਦੇਖਿਆ ਅਤੇ ਉਹਨੇ ਮਹਿਸੂਸ ਕੀਤਾ ਕਿ ਉਹਦੀ ਆਪਣੀ ਧੀ ਵੀ ਵੱਡੀ ਹੋ ਗਈ ਹੋਵੇਗੀ। ਐਂਡ ਬ੍ਰੋਕ ਇਨਟੂ ਟੀਅਰਸ, ਅਤੇ ਫੁੱਟ ਫੁੱਟ ਕੇ ਰੋਣ ਲੱਗ ਪਿਆ। ਹੁਣ ਅੱਗੇ ਚਲੀਏ। ਮਿੰਨੀਜ਼ ਫਾਦਰ ਟੁੱਕ ਆਊਟ ਸਮ ਮਨੀ, ਮਿੰਨੀ ਦੇ ਪਿਤਾ ਜੀ ਨੇ ਟੇਕ ਆਊਟ ਮੈਨੇ ਹੁੰਦਾ ਬਾਹਰ ਕੱਢੇ, ਆਪਣੇ ਅੰਦਰੋਂ ਉਹਨੇ ਜੋ ਪੈਸੇ ਵਿਆਹ 'ਤੇ ਖਰਚਣੇ ਸੀਗੇ। ਮਿੰਨੀਜ਼ ਫਾਦਰ ਟੁੱਕ ਆਊਟ ਸਮ ਮਨੀ, ਮਿੰਨੀ ਦੇ ਪਿਤਾ ਜੀ ਨੇ ਕੁਝ ਪੈਸੇ ਕੱਢੇ। ਐਂਡ ਗੇਵ ਇਟ ਟੂ ਰਹਿਮਾਨ, ਅਤੇ ਰਹਿਮਾਨ ਨੂੰ ਦਿੱਤੇ। ਗਿਵ ਮੈਨੇ ਦੇਣਾ, ਗੇਵ ਮੈਨੇ ਦਿੱਤੇ। ਕਿਹਨੂੰ? ਇਟ ਮੈਨੇ ਉਹ ਪੈਸੇ ਜਿਹੜੇ ਕੱਢੇ ਸੀ, ਟੂ ਰਹਿਮਾਨ, ਰਹਿਮਾਨ ਨੂੰ। ਐਂਡ ਸੈਡ, ਕੀ ਕਿਹਾ? ਗੋ ਐਂਡ ਸੀ ਯੋਰ ਡਾਟਰ, ਜਾ ਅਤੇ ਆਪਣੀ ਧੀ ਨੂੰ ਮਿਲ। ਐਂਡ ਮੇ ਯੂ ਹੈਵ ਆਲ ਦੀ ਹੈਪੀਨੈਸ, ਹੈਪੀਨੈਸ ਹੁੰਦੀ ਖੁਸ਼ੀ, ਆਲ ਦਾ ਹੈਪੀਨੈਸ ਸਾਰੀਆਂ ਖੁਸ਼ੀਆਂ, ਅਤੇ ਰੱਬ ਕਰੇ ਤੈਨੂੰ ਸਾਰੀਆਂ ਖੁਸ਼ੀਆਂ ਮਿਲਣ। ਉਹਨੂੰ ਉਹਨੇ ਇੱਦਾਂ ਦੁਆ ਦਿੱਤੀ, ਅਸੀਸ ਦਿੱਤੀ। ਓਕੇ, ਆਖਰੀ ਬੱਚੇ ਸਾਡਾ ਹੁਣ ਪੜਾਅ ਆ ਗਿਆ, ਕਹਾਣੀ ਖਤਮ ਹੋਣ ਵਾਲੀ ਹੈ। ਮਿੰਨੀਜ਼ ਫਾਦਰ ਹੈਡ ਟੂ ਕੱਟ ਡਾਊਨ ਦੀ ਐਕਸਪੈਂਸਿਸ, ਐਕਸਪੈਂਸ ਹੁੰਦਾ ਖਰਚਾ, ਐਕਸਪੈਂਸਿਸ ਹੁੰਦੇ ਨੇ ਖਰਚੇ। ਕੱਟ ਡਾਊਨ ਹੁੰਦਾ ਬੱਚਿਓ ਛੋਟਾ ਕਰਨਾ, ਕੱਟ ਕੇ, ਅਰਥਾਤ ਖਰਚੇ ਘਟਾਉਣੇ। ਟੂ ਕੱਟ ਡਾਊਨ ਐਕਸਪੈਂਸਿਸ, ਲਿਖ ਲਓ ਬੱਚੇ, ਆਮ ਵਰਤਿਆ ਜਾਂਦਾ ਸ਼ਬਦ ਜੋੜ।
टू कट डाउन एक्सपेंसिस ਹੁੰਦਾ ਹੈ ਖਰਚਾ ਘਟਾਉਣਾ, ਠੀਕ ਹੈ। ਕਟ ਡਾਊਨ ਹੁੰਦਾ ਕੱਟ ਕੇ ਛੋਟਾ ਕਰਨਾ, ਸਰਫਾ ਕਰਨਾ। ਮਿਨੀਜ਼ ਫਾਦਰ ਹੈਡ ਟੂ ਕਟ ਡਾਊਨ ਦੀ ਐਕਸਪੈਂਸਿਸ ਔਨ ਦੀ ਵੈਡਿੰਗ। ਇਸ ਕਰਕੇ ਮਿੰਨੀ ਦੇ ਪਿਤਾ ਜੀ ਨੂੰ ਵਿਆਹ ਦੇ ਖਰਚੇ, ਆਪਣੇ ਵਿਆਹ ਦੇ ਜਿਹੜਾ ਧੀ ਦਾ ਵਿਆਹ ਕਰਨਾ ਸੀ ਉਹ 'ਤੇ ਖਰਚੇ ਘਟਾਉਣੇ ਪਏ। ਹੀ ਕੁਡ ਨੋਟ ਅਫੋਰਡ, ਹੁਣ ਉਹ ਖਰਚਾ ਨਹੀਂ ਚੱਲ ਸਕਦਾ ਸੀ। ਕਿਹੜਾ ਖਰਚਾ? ਦੀ ਮਿਲਟਰੀ ਬੈਂਡ ਐਂਡ ਦੀ ਇਲੈਕਟ੍ਰਿਕ ਲਾਈਟਸ। ਉਹ ਜਿਹੜੀ ਸਜਾਵਟ ਕਰਨੀ ਸੀ ਬਿਜਲੀ ਦੀ, ਮਿਲਟਰੀ ਦਾ ਬੈਂਡ ਬੁਲਾਉਣਾ ਸੀਗਾ, ਹੁਣ ਉਹ ਉਸ ਵਾਸਤੇ ਪੈਸੇ ਨਹੀਂ ਖਰਚ ਸਕਦੇ ਸੀ। ਕਿਉਂ? ਕਿਉਂਕਿ ਉਹਨਾਂ ਨੇ ਉਹ ਪੈਸੇ ਰਹਿਮਾਨ ਨੂੰ ਦੇ ਦਿੱਤੇ ਸੀ। ਕਿਉਂ ਦਿੱਤੇ ਬੱਚੇ? ਉਹਦੀ ਹੁਣ ਕਮਾਈ ਨਹੀਂ ਸੀ, ਇੰਨਾ ਚਿਰ ਜੇਲ੍ਹ 'ਚ ਰਹਿ ਕੇ ਆਇਆ ਸੀਗਾ, ਅਤੇ ਉਹਨੇ ਵੀ ਇੰਨੇ ਚਿਰਾਂ ਬਾਅਦ ਆਪਣੇ ਦੇਸ਼ ਵਾਪਸ ਜਾਣਾ ਸੀ, ਅਤੇ ਉਹਦੀ ਧੀ ਵੀ ਵੱਡੀ ਹੋ ਗਈ ਹੋਣੀ ਸੀ, ਉਹਨੇ ਉਹਦਾ ਵੀ ਵਿਆਹ ਕਰਨਾ ਹੋਏਗਾ। ਇਸ ਕਰਕੇ ਮਿੰਨੀ ਦੇ ਪਿਤਾ ਜੀ ਨੇ ਉਹਦੇ ਇਸ ਹਾਲਾਤ ਬਾਰੇ ਸੋਚ ਕੇ ਆਪਣੇ ਖਰਚੇ ਘਟਾ ਕੇ, ਜਿਹੜੀ ਬੇਲੋੜੇ ਖਰਚੇ ਸੀ ਘਟਾ ਕੇ ਉਹਨੂੰ ਪੈਸੇ ਦੇ ਦਿੱਤੇ। ਪਰ ਕਹਿੰਦੇ ਉਹਨਾਂ ਨੇ ਮਹਿਸੂਸ ਕੀਤਾ ਕਿ ਹੁਣ ਮਿਲਟਰੀ ਬੈਂਡ ਅਤੇ ਸ਼ਾਨੋ ਸ਼ੌਕਤ ਨਾਲ ਵਿਆਹ ਨਹੀਂ ਕਰ ਸਕਦੇ, ਬਟ ਹੀ ਵਾਜ਼ ਹੈਪੀ। ਪਰ ਉਹ ਇਸ ਗੱਲ ਤੋਂ ਖੁਸ਼ ਸੀਗੇ। ਕਿਸ ਗੱਲ ਤੋਂ ਖੁਸ਼? ਦੈਟ ਵਿਦ ਦੈਟ ਮਨੀ, ਕਿ ਉਸ ਪੈਸੇ ਨਾਲ, ਪਰ ਖੁਸ਼ ਸੀ ਕਿ ਉਸ ਪੈਸੇ ਨਾਲ ਅ ਲੌਂਗ ਲੋਸਟ ਫਾਦਰ, ਚਿਰਾਂ ਦਾ ਵਿਛੜਿਆ ਪਿਤਾ। ਲੌਂਗ ਲੋਸਟ ਮਾਨੇ ਬੱਚਿਓ ਚਿਰਾਂ ਦਾ ਵਿਛੜਿਆ ਫਾਦਰ, ਪਿਤਾ ਕੌਣ? ਰਹਿਮਾਨ। ਵਿਲ ਬੀ ਏਬਲ ਟੂ ਮੀਟ, ਮਿਲ ਸਕੇਗਾ, ਹਿਜ਼ ਓਨਲੀ ਚਾਈਲਡ, ਆਪਣੇ ਇੱਕੋ ਇੱਕ ਬੱਚੀ ਨਾਲ, ਵੰਸ ਅਗੇਨ, ਇੱਕ ਵਾਰੀ ਫਿਰ, ਵੰਸ ਅਗੇਨ, ਇੱਕ ਵਾਰੀ ਫਿਰ, ਆਪਣੇ ਇੱਕੋ ਇੱਕ ਬੱਚੀ ਨਾਲ ਇੱਕ ਵਾਰੀ ਫਿਰ ਮਿਲ ਸਕੇਗਾ। ਅਰਥਾਤ ਮਿੰਨੀ ਦੇ ਪਿਤਾ ਨੇ ਬੜਾ ਪੁੰਨ ਦਾ ਕੰਮ ਕੀਤਾ। ਉਹ ਜਜ਼ਬਾਤੀ ਹੋ ਗਏ ਜਿੱਲੇ ਉਹਨਾਂ ਨੇ ਦੇਖਿਆ ਇਹ ਸਾਰੀ ਹਾਲਾਤ। ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਗਰੀਬ ਵੀ ਇੱਕ ਧੀ ਦਾ ਪਿਤਾ ਹੈਗਾ, ਅਤੇ ਉਹਨਾਂ ਨੇ ਉਹ ਆਪਣੇ ਜਿਹੜਾ ਵਿਆਹ ਕਰ ਰਹੇ ਸੀ ਧੀ ਦਾ, ਉਹ 'ਚੋਂ ਕੁਛ ਪੈਸੇ ਕੱਢ ਕੇ ਉਹਨੂੰ ਦਿੱਤੇ। ਭਾਵੇਂ ਇਸ ਕਰਕੇ ਉਹ ਪੈਸੇ ਨੂੰ ਦੇਣ ਕਰਕੇ ਉਹਨਾਂ ਨੂੰ ਆਪਣੇ ਬੜੇ ਸਾਰੇ ਖਰਚੇ ਘਟਾਉਣੇ ਪਏ। ਜਿਹੜੇ ਵਿਆਹ ਦੀ ਉਹਨਾਂ ਨੇ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਨਹੀਂ ਕੀਤੀਆਂ, ਪਰ ਫਿਰ ਵੀ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਸੀ, ਇਸ ਗੱਲ ਦੀ ਤਸੱਲੀ ਸੀ ਕਿ ਇਹ ਪੈਸਾ ਜਿਹੜਾ ਹੈ ਉਸ ਚਿਰਾਂ ਦੇ ਵਿਛੜੇ ਹੋਏ ਪਿਤਾ ਲਈ, ਆਪਣੀ ਇੱਕੋ ਇੱਕ ਬੱਚੀ ਨਾਲ ਫਿਰ ਦੁਬਾਰਾ ਮਿਲਣ ਲਈ ਉਹ ਪੈਸੇ ਉਹਦੇ ਕੰਮ ਆਉਣਗੇ। ਸੋ ਪਿਆਰੇ, ਬੜੀ ਮਨੁੱਖੀ ਜਜ਼ਬਾਤਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਸੀਗੀ, ਅਤੇ ਇਹ ਕਹਾਣੀ ਨੂੰ ਲਿਖਣ ਵਾਲੇ ਹੈਗੇ ਨੇ ਰਵਿੰਦਰ ਨਾਥ ਟੈਗੋਰ, ਜੋ ਕਿ ਵੈਸਟ ਬੰਗਾਲ ਦੇ ਰਹਿਣ ਵਾਲੇ ਸੀ, ਬੰਗਾਲੀ ਲਿਖਾਰੀ ਸੀ, ਬੜੇ ਵਧੀਆ ਕਵੀ ਸੀ। ਅਤੇ ਤੁਹਾਨੂੰ ਸ਼ਾਇਦ ਪਤਾ ਹੈਗਾ ਬੱਚਿਓ, ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇੱਕ ਟਾਈਮ 'ਚ, ਬਹੁਤ ਪੁਰਾਣੇ ਅੰਗਰੇਜ਼ਾਂ ਦੇ ਟਾਈਮ ਹੋਏ ਨੇ ਇਹ। ਅਤੇ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਆਉਂਦੇ ਹੁੰਦੇ ਸੀ ਆਪਣੇ ਪਿਤਾ ਜੀ ਨਾਲ, ਅਤੇ ਉਹਨਾਂ ਦੇ ਬੜਾ ਇਹਨਾਂ ਦਾ ਮਤਲਬ ਇਹ ਕੀਰਤਨ ਸੁਣਨ ਦੇ ਬੜੇ ਸ਼ੌਕੀਨ ਸੀਗੇ ਰਵਿੰਦਰ ਨਾਥ ਟੈਗੋਰ, ਠੀਕ ਹੈ ਨਾ। ਸੋ ਇਹਨਾਂ ਨੂੰ ਬੈਠ ਕੇ ਉੱਥੇ ਦਰਬਾਰ ਸਾਹਿਬ 'ਚ ਕੀਰਤਨ ਬੈਠ ਕੇ ਸੁਣ ਕੇ ਇਹਨਾਂ ਨੂੰ ਬੜਾ ਚੰਗਾ ਲੱਗਦਾ ਹੁੰਦਾ ਸੀਗਾ। ਬੜੇ ਵਧੀਆ ਕਵੀ ਸੀਗੇ, ਬੜੇ ਵਧੀਆ ਲਿਖਾਰੀ ਸੀਗੇ, ਅਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਮੈਨੂੰ ਸਨ ਯਾਦ ਨਹੀਂ, ਆਜ਼ਾਦੀ ਤੋਂ ਪਹਿਲੇ ਦੀ ਗੱਲ ਹੈਗੀ ਹੈ, ਜਦੋਂ ਸਾਡੇ ਦੇਸ਼ ਵਿੱਚ ਗੋਰਿਆਂ ਦਾ ਰਾਜ ਹੁੰਦਾ ਸੀ, ਉਸ ਵੇਲੇ ਇਹਨਾਂ ਨੂੰ ਸ਼ਾਇਦ ਰਵਿੰਦਰ ਨਾਥ ਟੈਗੋਰ ਨੂੰ ਇਹ ਇਨਾਮ, ਜਿਹੜਾ ਨੋਬਲ ਪ੍ਰਾਈਜ਼, ਬੜਾ ਹੀ ਸਤਿਕਾਰਯੋਗ ਪ੍ਰਾਈਜ਼ ਹੈਗਾ ਸਾਹਿਤ ਵਾਸਤੇ, ਗੀਤਾਂਜਲੀ ਜੋ ਲਿਖੀ ਸੀ ਇਹਨਾਂ ਨੇ ਉਹਦੇ ਵਾਸਤੇ ਇਹਨਾਂ ਨੂੰ ਇਹ ਮਿਲਿਆ ਸੀਗਾ। ਸੋ ਇਹ ਉਹਨਾਂ ਦੀ ਕਹਾਣੀਆਂ ਇੱਦਾਂ ਦੀਆਂ ਬੜੀਆਂ ਮਨੁੱਖੀ ਜਜ਼ਬਾਤਾਂ ਦੇ ਨਾਲ ਜਿਹੜੀਆਂ ਜੁੜੀਆਂ ਗੱਲਾਂ ਨੇ, ਬੜੀਆਂ ਸਾਰੀਆਂ ਰਵਿੰਦਰ ਨਾਥ ਟੈਗੋਰ ਜੀ ਦੀਆਂ ਕਹਾਣੀਆਂ ਨੇ। ਸੋ ਬਹੁਤ ਵਧੀਆ ਕਹਾਣੀ ਸੀਗੀ। ਸੋ ਮੈਂ ਆਸ ਕਰਦਾ ਪਿਆਰੇ ਵਿਦਿਆਰਥੀਓ, ਇਸ ਵੀਡੀਓ ਰਾਹੀਂ ਤੁਸੀਂ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝ ਲਿਆ ਹੋਵੇਗਾ, ਅਤੇ ਜਿਹੜੇ ਸ਼ਬਦ ਸੀਗੇ ਉਹਨਾਂ ਦੇ ਜਿਹੜੇ ਅਰਥ ਨੇ, ਸ਼ਬਦ ਜੋੜਾਂ ਦੇ ਅਰਥ ਨੇ, ਉਹ ਵੀ ਤੁਸੀਂ ਸਮਝ ਲਏ ਹੋਣਗੇ ਅਤੇ ਨੋਟ ਕਰ ਲਏ ਹੋਣਗੇ। ਸੋ ਇਸ ਦੇ ਨਾਲ ਹੀ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।